ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ। ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਧੇ ਨੂੰ ਉਤਾਰ ਰਹੇ ਸਨ, ਉਸ ਸਮੇਂ ਸਿੱਧਾਂ ਦਾ ਬਹੁਤ ਬੋਲਬਾਲਾ ਸੀ। ਤਦੋਂ ਇੱਕ ਦਿਨ ਸਤਿਗੁਰਾਂ ਨੇ ਮਨ ਵਿੱਚ ਵਿਚਾਰਿਆ ਕਿ ਸਿੱਧਾਂ ਨੂੰ ਵੀ ਤਾਰਨਾ ਚਾਹੀਦਾ ਹੈ, ਕਿਉਂਕਿ ਇਹਨਾਂ ਦੀ ਤਪੱਸਿਆ ਬੜੀ ਹੈ। ਪਰ ਉਹਨਾਂ ਦਾ ਹੰਕਾਰ ਨਿਵਰਤ ਨਹੀਂ ਹੋਇਆ। ਇਹ ਵਿਚਾਰ ਕੇ ਉਧਰ ਸੁਮੇਰ ਪਰਬਤ ਵੱਲ ਚੱਲ ਪਏ। ਰਸਤੇ ਵਿੱਚ ਇੱਕ ਸਮੁੰਦਰ ਤੋਂ ਪਾਰ ਹੋਣ ਲਈ ਬੇੜੇ ਵਿੱਚ ਚੜ੍ਹੇ ਹੋਏ ਸਨ। ਉਸ ਵੇਲੇ ਗੋਰਖਾਦਿਕ ਸਿੱਧਾਂ ਨੇ ਵਿਚਾਰਿਆ ਕਿ ਨਾਨਕ ਤਪਾ ਸਾਡੇ ਨਾਲ ਚਰਚਾ ਕਰਨ ਲਈ ਇੱਥੇ ਆ ਰਿਹਾ ਹੈ। ਤੁਸੀਂ ਸਾਰੇ ਸਿੱਧ ਜਾਓ ਅਤੇ ਉਸ ਨੂੰ ਆਪਣੀਆਂ ਸ਼ਕਤੀਆਂ ਨਾਲ ਡਰਾ ਕੇ ਉੱਥੋਂ ਮੋੜ ਦਿਓ, ਜਾਂ ਆਪਣਾ ਚੇਲਾ ਬਣਾ ਕੇ ਲਿਆਓ। ਤਦੋਂ ਸਾਰੇ ਸਿੱਧ ਗਏ। ਇਹਨਾਂ ਨੇ ਆਪਣੀਆਂ ਸ਼ਕਤੀਆਂ ਨਾਲ ਸਮੁੰਦਰ ਵਿੱਚ ਤੂਫਾਨ ਲੈ ਆਂਦਾ। ਬੇੜਾ ਡੋਲਣ ਲੱਗ ਪਿਆ। ਵਿੱਚ ਬੈਠੇ ਮੁਸਾਫਰ ਵੀ ਡੋਲਣ ਲੱਗ ਪਏ। ਤਦੋਂ ਸਤਿਗੁਰਾਂ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ। ਰਾਮਕਲੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਇਹ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਡੋਲਤ ਬੇੜੀ ਪਾਪ ਭਰੀ ਹੈ। ਇਹ ਪਰਮਾਤਮਾ, ਇਹ ਤਮਾਮ ਜੀਵ ਡੋਲ ਰਹੇ ਹਨ ਅਤੇ ਸਮਝਦੇ ਨੇ ਕਿ ਬੇੜੀ ਕੋਈ ਮੰਦਕਰਮੀ ਜੀਵਾਂ ਦੇ ਨਾਲ ਭਰੀ ਹੋਈ ਹੈ। ਪਵਨ ਲੱਗਾ ਮਤ ਜਾਈ। ਹੁਣ ਹਵਾ ਲੱਗਣ ਤੋਂ ਮਤਾਂ ਕਿਤੇ ਸਮੁੰਦਰ ਦੇ ਵਿੱਚ ਹੀ ਡੁੱਬ ਜਾਵੇ, ਤੂੰ ਕਿਰਪਾ ਕਰਕੇ ਇਹਨਾਂ ਜੀਵਾਂ ਦਾ ਬਚਾਅ ਕਰ। ਮੁਖ ਸਿੱਧ ਭੇਟਣ ਕਾ ਆਏ। ਇਹ ਪ੍ਰਮਾਤਮਾ, ਇਹ ਸਿੱਧ ਵੀ ਸਾਹਮਣੇ ਹੋ ਕੇ ਸਾਨੂੰ ਮਿਲਣ ਦੇ ਵਾਸਤੇ ਆ ਰਹੇ ਹਨ। ਨੀਚਾ ਦੇਹ ਵਡਿਆਈ। ਤੂੰ ਕਿਰਪਾ ਕਰਕੇ ਇਹਨਾਂ ਨੂੰ ਆਪਣੇ ਸਰੂਪ ਦਾ ਨਿਸ਼ਚੈ ਤੇ ਭਗਤੀ ਦੀ ਵਡਿਆਈ ਸ਼ੋਭਾ ਦੇਣਾ ਕਰ, ਤਾਂ ਜੋ ਇਹਨਾਂ ਦਾ ਵੀ ਭਲਾ ਹੋ ਜਾਵੇ। ਇਹ ਐਵੇਂ ਸਿੱਧੀਆਂ ਵਿੱਚ ਫਸੇ ਹੋਏ ਹਨ। ਇਸੇ ਪ੍ਰਕਾਰ ਡੋਲਤ ਬੇੜੀ ਪਾਪ ਭਰੀ ਹੈ। ਜਗਿਆਸੂ ਜਨ ਬੇਨਤੀਆਂ ਕਰਦੇ ਨੇ ਕਿ ਹੇ ਪਰਮਾਤਮਾ, ਸਾਡੀ ਦੇਹ ਇਹ ਬੁੱਧੀ ਰੂਪ ਜਿਹੜੀ ਨੌਕਾ ਹੈ, ਇਹ ਪਾਪ ਕਰਮਾਂ ਦੇ ਕਰਕੇ ਭਰੀ ਹੋਈ ਹੈ, ਜਿਸ ਕਰਕੇ ਅਸੀਂ ਸੰਸਾਰ ਸਮੁੰਦਰ ਦੇ ਵਿੱਚ ਪਏ ਡੋਲ ਰਹੇ ਹਾਂ। ਪਵਨ ਲੱਗਾ ਮਤ ਜਾਈ। ਇਸ ਨੂੰ ਹੁਣ ਵਾਸ਼ਨਾ ਰੂਪੀ ਪਾਉਣ ਮਤਾ ਲੱਗਣਾ ਕਰੇ, ਜਿਸ ਕਰਕੇ ਇਹ ਨਿਸਫਲ ਹੀ ਚਲੀ ਜਾਵੇ, ਜਾਂ ਬੁੱਧੀ ਮਤਾਂ ਕਿਤੇ ਸੰਸਾਰ ਵੱਲ ਚਲੀ ਜਾਵੇ, ਭਾਵ ਵਿਸ਼ੇ ਵਿਸ਼ੈਣੀ ਨਾ ਹੋਵੇ। ਮੁਖ ਸਿੱਧ ਭੇਟਣ ਕਉ ਆਏ। ਇਹ ਸਿੱਧ ਪ੍ਰਾਪਤ ਮੁਕਤ ਰੂਪ ਪਰਮਾਤਮਾ, ਇਹ ਜਗਿਆਸੂ ਤੁਹਾਡੇ ਸਨਮੁਖ ਹੋ ਕੇ ਤੁਹਾਨੂੰ ਮਿਲਣ ਦੇ ਵਾਸਤੇ ਆਏ ਹਨ, ਭਾਵ ਪ੍ਰਾਪਤੀ ਕਰਨ ਵਾਸਤੇ ਸਾਧਨ ਕਰਦੇ ਹਨ। ਨੀਚਾ ਦੇਹ ਵਡਿਆਈ। ਇਹਨਾਂ ਨੂੰ ਕਿਰਪਾ ਕਰਕੇ ਆਪਣੇ ਸਰੂਪ ਦਾ ਨਿਸ਼ਚੈ ਬਖਸ਼ੋ ਅਤੇ ਆਪਣੇ ਵਿੱਚ ਅਭੇਦਤਾ ਦੀ ਵਡਿਆਈ ਦੇਣਾ ਕਰੋ, ਜਾਂ ਨਿਸ਼ਚੈ ਰੂਪ ਵਡਿਆਈ ਬਖਸ਼ੋ ਜੀ। ਗੁਰ ਤਾਰਨ ਹਾਰਿਆ। ਇਹ ਪਾਰ ਕਰਨ ਵਾਲੇ ਗੁਰੂ ਅਕਾਲ ਪੁਰਖ, ਸਾਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਨਾ ਕਰ। ਇਹ ਭਗਤ ਪੂਰਨ ਅਵਿਨਾਸੀ। ਇਹ ਨਾਸ਼ ਤੋਂ ਰਹਿਤ ਪੂਰਨ ਪਰਮਾਤਮਾ,
ਸਾਨੂੰ ਆਪਣੀ ਭਗਤੀ ਦੇਣਾ ਕਰ। ਹਉ ਤੁਝ ਕਉ ਬਲਿਹਾਰਿਆ। ਅਸੀਂ ਹੇ ਵਾਹਿਗੁਰੂ ਤੇਰੇ ਤਾਈਂ ਬਲਿਹਾਰ ਕੁਰਬਾਨ ਪਏ ਜਾਂਦੇ ਹਾਂ। ਰਹਾਉ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਸਿੱਧ ਸਾਧਕ ਜੋਗੀ ਅਰ ਜੰਗਮ। ਜੋ 84 ਸਿੱਧ ਸਾਧਨਾ ਕਰਨ ਵਾਲੇ, ਜਗਿਆਸੂ ਸਾਧਕ, ਜੋਗ ਮਤ ਨੂੰ ਧਾਰਨ ਵਾਲੇ ਜਿਹੜੇ ਜੋਗੀ ਅਤੇ ਸ਼ੈਵੀ ਮਤ ਵਾਲੀ ਆਦਿਕ ਜਿਹੜੇ ਜੰਗਮ ਹਨ, ਟੱਲੀਆਂ ਖੜਕਾ ਕਰਕੇ ਸਿਰ 'ਤੇ ਮੋਰ ਦੇ ਖੰਭ ਲਾ ਕੇ ਜਿਹੜੇ ਸ਼ਿਵ ਜੀ ਅਤੇ ਪਾਰਵਤੀ ਦਾ ਵਿਆਹ ਗਾਉਂਦੇ ਨੇ। ਜਨਮ ਜਨਮ ਕੀ ਰਗ ਹਮਾਰੀ ਵਰੋਂ ਸੰਭ ਨਤ ਰਹੋ ਕੁਮਾਰੀ। ਐਸੇ ਜਿਹੜੇ ਜੰਗਮ ਹਨ। ਏਕ ਸਿੱਧ ਜਿਨੀ ਧਿਆਇਆ। ਇਹਨਾਂ ਵਿੱਚੋਂ ਇੱਕ ਅੱਧਾ ਉਹੀ ਮੁਕਤ ਹੋਇਆ ਜਿਸ ਨੇ ਤੇਰਾ ਨਾਮ ਧਿਆਇਆ, ਅਰਾਧਨਾ ਕੀਤਾ ਹੈ। ਜਾਂ ਇਸੇ ਪ੍ਰਕਾਰ ਏਕ ਸਿੱਧ ਜਿਨੀ ਧਿਆਇਆ। ਕੋਈ ਇੱਕ ਅੱਧਾ ਹੀ ਸਿੱਧ ਹੋਇਆ ਹੈ ਜਿਸ ਨੇ ਰਿਧੀਆਂ ਸਿੱਧੀਆਂ ਦੀ ਅਮਾਨ ਤੋਂ ਰਹਿਤ ਹੋ ਕੇ ਪ੍ਰੇਮ ਨਾਲ ਪ੍ਰਭੂ ਦਾ ਨਾਮ ਧਿਆਇਆ ਹੈ। ਜਿਵੇਂ ਮੰਗਲਨਾਥ, ਘੁੱਗੂਨਾਥ, ਚੰਬਾਨਾਥ ਇਤਿਆਦਿਕ ਸਿੱਧ ਹੋਏ ਹਨ। ਹਰ ਸਤ ਪੈਰ ਸਿਜਤ ਤੇ ਸੁਆਮੀ। ਇਹ ਮਾਲਕ ਪਰਮਾਤਮਾ ਜੋ ਤੇਰੇ ਸੰਤ ਮਹਾਤਮਾ ਦੇ ਜਿਹੜੇ ਪੈਰ ਚਰਨਾਂ ਨੂੰ ਪਰਸਤ ਸਪਰਸ਼ ਕਰਦੇ ਹਨ ਤੇ ਉਹ ਸਿਜਤ ਮੁਕਤ ਹੋ ਗਏ ਹਨ। ਹਰ ਜਿਨ ਕਉ ਆਇਆ। ਜਿਨ੍ਹਾਂ ਨੂੰ ਵਾਹਿਗੁਰੂ ਨਾਮ ਰੂਪ ਅੱਖਰ ਆ ਕੇ ਪ੍ਰਾਪਤ ਹੋਇਆ ਹੈ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਉਹ ਨਿਹਾਲ ਹੋ ਗਏ ਕਰਨ ਤੋਂ ਰਹਿਤ ਗੁਰੂ ਉਪਦੇਸ਼ ਆ ਕੇ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਹੈ। ਜਾਪ ਤਾਪ ਸੰਜਮ ਕਰਮ ਨਾ ਜਾਣਾ। ਹੇ ਪ੍ਰਮਾਤਮਾ ਅਸੀਂ ਬਾਣੀ ਕਰਕੇ ਕਿਸੇ ਮੰਤਰ ਦਾ ਜਾਪ, ਸਰੀਰ ਕਰਕੇ ਕੋਈ ਤਪੱਸਿਆ ਤੇ ਇੰਦਰੀਆਂ ਦਾ ਸੰਜਮ ਦਮਨ ਤੇ ਨਿਤ ਨਮਿਤ ਆਦਿਕ ਕੋਈ ਵੀ ਕਰਮ ਕਰਨਾ ਨਹੀਂ ਜਾਣਿਆ ਹੈ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਾਇਆ। ਕਹੋ ਨਾਨਕ ਹਮ ਨੀਚ ਕਰਮਾ ਸਰਨ ਭਰੇ ਕੀ ਰੱਖੋ ਸਰਮਾ। ਨਾਮ ਜਪੀ ਪ੍ਰਭ ਤੇਰਾ। ਅਸੀਂ ਤਾਂ ਹੇ ਵਾਹਿਗੁਰੂ ਤੇਰਾ ਹੀ ਨਾਮ ਜਪਣਾ ਕੀਤਾ ਹੈ। ਗੁਰ ਪਰਮੇਸ਼ਰ ਨਾਨਕ ਭੇਟਿਓ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਥਨ ਕਰਦੇ ਨੇ ਕਿ ਸਾਨੂੰ ਪਰਮੇਸ਼ਰ ਸਰੂਪ ਗੁਰੂ ਮਿਲਿਆ ਹੈ। ਸਾਚੈ ਸ਼ਬਦ ਨਬੀਰਾ। ਗੁਰਾਂ ਦੇ ਸੱਚੇ ਉਪਦੇਸ਼ ਦੁਆਰਾ ਸਾਡੇ ਜੰਮਣ ਮਰਨ ਦਾ ਨਿਬੇੜਾ ਹੋਇਆ ਹੈ। ਰਾਮ ਕਲੀ ਮਹੱਲਾ ਪਹਿਲਾ। ਕੱਤਕ ਦੇ ਮਹੀਨੇ ਕਈ ਲੋਕ 5 ਭੀਖਮਾਂ ਕਰਦੇ ਨੇ। ਪਾਵ ਤੁਲੇ ਬੰਨ੍ਹ ਕੇ ਉੱਪਰ ਦੀਵੇ ਬਾਲ ਕੇ ਪਾਣੀ ਵਿੱਚ ਧਰਾਉਂਦੇ ਨੇ ਤੇ ਵਰਤ ਆਦਿਕ ਵੀ ਰੱਖਦੇ ਨੇ। ਫਿਰ ਆਖਦੇ ਨੇ ਕਿ ਆਗੇ ਦੀਵੜਾ ਪਾਛੇ ਮੇਰੇ ਦੀਵੜਾ। ਭਾਵ ਕਿ ਜਿਵੇਂ ਦੀਵਾ ਪ੍ਰਕਾਸ਼ ਕਰਦਾ ਅਤੇ ਤਰਦਾ ਜਾਂਦਾ ਹੈ ਤਿਵੇਂ ਪਰਲੋਕ ਦੇ ਰਸਤੇ ਸਾਨੂੰ ਪ੍ਰਕਾਸ਼ ਹੋਵੇਗਾ ਅਤੇ ਸਾਡਾ ਜੀਵ ਆਤਮਾ ਤਰ ਜਾਵੇਗਾ। ਇਉਂ ਗੰਦੇ ਪਾਣੀ ਵਾਲੇ ਛੱਪੜ ਦੇ ਵੀ ਲੋਕ ਇੰਝ ਕਰਦੇ ਨੇ। ਸੋ ਉਹਨਾਂ ਦੇ ਇਸ ਭਰਮ ਨੂੰ ਕੱਟਣ ਵਾਸਤੇ ਸਤਿਗੁਰੂ ਮਹਾਰਾਜ ਰਾਮਕਲੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਸੁਰਤੀ ਸੁਰਤ ਰਲਾਈਆ ਏਤ। ਇਹ ਭਾਈ ਸੁਰਤੀਆਂ ਸਿਮਰਤੀਆਂ ਕਰਕੇ ਪ੍ਰਤਿਪਾਦਨ ਯੋਗ ਜੋ ਹਰੀ ਹੈ ਉਸ ਨਾਲ ਇਸ ਮਨੁੱਖਾ ਜਨਮ ਦੇ ਵਿੱਚ
ਆਪਣੀ ਜਿਹੜੀ ਸੁਰਤ ਹੈ, ਬਿਰਤੀ ਹੈ, ਉਹਨੂੰ ਰਲਾਉਣਾ ਕਰੀਏ, ਮੇਲਣਾ ਕਰੀਏ। ਇਸੇ ਪ੍ਰਕਾਰ ਸੁਰਤੀ ਸੁਰਤ ਰਲਾਈਐ ਏਤ। ਮਾਇਆ ਦੀ ਇਤੀ ਨਿਮਰਤੀ ਕਰਕੇ ਸੋ ਸ੍ਰੇਸ਼ਟ ਰਤ ਪ੍ਰੀਤੀ ਦੁਆਰਾ ਪ੍ਰਭੂ ਦੇ ਵਿੱਚ ਆਪਣੀ ਸੁਰਤੀ ਬਿਰਤੀ ਲਾਉਣਾ ਕਰੀਏ, ਜੋੜਨਾ ਕਰੀਏ। ਤਨ ਕਰ ਤੁਲਹਾ ਲੰਘੈ ਜੇਤ। ਹਰ ਸਰੀਰ ਨੂੰ ਹੀ ਤੁਲਹਾ ਕਰੋ, ਭਾਵੇਂ ਜਿਵੇਂ ਤੁਲਹਾ ਹੌਲਾ ਹੁੰਦਾ ਹੈ, ਤਿਵੇਂ ਤਨ ਨੂੰ ਪਾਪਾਂ ਤੋਂ ਰਹਿਤ ਕਰਨਾ ਇਹ ਹੌਲਾਪਣ ਹੈ। ਜਿਸ ਕਰਕੇ ਸੰਸਾਰ ਰੂਪ ਸਮੁੰਦਰ ਦੇ ਵਿਸ਼ਿਆਂ ਨੂੰ ਪਾਣੀ ਤੋਂ ਤੁਸੀਂ ਪਾਰ ਲੰਘ ਜਾਵੋਗੇ। ਅੰਤਰ ਪਾਹਿ ਤਿਸੈ ਤੂੰ ਰੱਖ। ਇਹ ਭਾਈ, ਜਿਹੜੀ ਤੇਰੇ ਅੰਤःਕਰਨ ਵਿੱਚ ਅੱਗ ਬਲ ਰਹੀ ਹੈ, ਤ੍ਰਿਸ਼ਨਾ ਦੀ ਅੱਗ, ਈਰਖਾ ਦੀ ਅੱਗ, ਉਹਨੂੰ ਤੂੰ ਰੋਕ ਕੇ ਰੱਖ। ਅੱਗ ਦੇ ਭਾਂਬੜ ਦਾ ਜਿੰਨੇ ਮਰਜ਼ੀ ਮਚਾਈ ਜਾਓ, ਇਹ ਕਦੀ ਰੱਜੀ ਨਹੀਂ। ਬਾਲਣ ਪਾਓ, ਭਾਂਬੜ ਮਚੀ ਜਾਣਗੇ। ਇਉਂ ਜਿੰਨੀ ਈਰਖਾ ਵਧਾਓਗੇ ਉਨੀ ਵੱਧਦੀ ਤੁਰੀ ਜਾਏਗੀ, ਜਿੰਨੀ ਤ੍ਰਿਸ਼ਨਾ ਵਧਾਓਗੇ ਉਨੀ ਵੱਧਦੀ ਚਲੀ ਜਾਏਗੀ। ਇਸ ਤਰ੍ਹਾਂ ਇਹਨੂੰ ਰੋਕਣਾ ਪਵੇਗਾ। ਇਸੇ ਪ੍ਰਕਾਰ ਤਨ ਕਰ ਤੁਲ ਅੰਤਰ ਅੰਤਰ ਪਾਹਿ ਤਿਸੈ ਤੂੰ ਰੱਖ। ਜਿਹੜੀ ਤੇਰੇ ਅੰਦਰ ਬ੍ਰਹਮ ਅਭਿਆਸ ਰੂਪ ਅਗਨੀ ਹੈ, ਤੂੰ ਉਹਨੂੰ ਬਾਲ ਕੇ ਰੱਖ। ਹੈ ਨਿਸ ਦੀਵਾ ਬਲੈ ਅਥਕ। ਤਦੋਂ ਦਿਨ ਰਾਤ ਥੱਕਣ ਤੋਂ ਰਹਿਤ ਇੱਕ ਰਸ ਗਿਆਨ ਰੂਪੀ ਦੀਵਾ ਇਹ ਜਗ ਪਵੇਗਾ। ਦੀਵਾ ਮੇਰਾ ਏਕ ਨਾਮ, ਨਾਮ ਹੀ ਗਿਆਨ ਹੈ, ਗੁਰਬਾਣੀ ਹੀ ਗਿਆਨ ਹੈ, ਹੋਰ ਕੋਈ ਗਿਆਨ ਨਹੀਂ ਹੈ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਹਨ ਚਾਨਣ ਉਹ ਸੋਖਿਆ, ਚੂਕਾ ਜਮ ਸਿਉ ਮੇਲ। ਇਉਂ ਇਹ ਗਿਆਨ ਦਾ ਦੀਵਾ ਤਦੋਂ ਜਗੇਗਾ, ਸਤਿਗੁਰ ਸ਼ਬਦ ਉਜਾਰੋ ਦੀਪਾ। ਆ ਜਿਹੜਾ ਸਤਿਗੁਰੂ ਜੀ ਦਾ ਸ਼ਬਦ ਹੈ, ਇਹ ਪ੍ਰਕਾਸ਼ ਕਰਨੇ ਵਾਲਾ ਦੀਵਾ ਹੈ। ਖੁੱਲਿਓ ਅੰਧਕਾਰ ਤਿਹ ਮੰਦਰ, ਮਿਟਿਓ ਅੰਧਕਾਰ ਤਿਹ ਮੰਦਰ, ਰਤਨੀ ਰਤਨ ਕੋਠੜੀ ਖੁੱਲੀ ਅਨੂਪਾ। ਜਿਵੇਂ ਗੁਰੂ ਜੀ ਦੇ ਮੰਦਰ ਦੇ ਵਿੱਚ ਲਾਈਟਾਂ ਦਾ ਪ੍ਰਕਾਸ਼ ਹੈ, ਇੰਝ ਹੀ ਜਿਹੜਾ ਸਤਿਗੁਰੂ ਦਾ ਸ਼ਬਦ ਹੈ, ਇਹ ਸਾਡੇ ਹਿਰਦੇ ਰੂਪੀ ਮੰਦਰ ਦੇ ਵਿੱਚ, ਅੰਤःਕਰਨ ਰੂਪੀ ਮੰਦਰ ਦੇ ਵਿੱਚ ਪ੍ਰਕਾਸ਼ ਕਰਨ ਵਾਲਾ ਹੈ, ਜਿਸ ਦੇ ਨਾਲ ਹਨੇਰਾ ਮਿਟ ਜਾਂਦਾ ਅਤੇ ਰਤਨ ਕੋਠੜੀ ਖੁੱਲੀ ਅਨੂਪਾ। ਜਿਹੜੀ ਰਤਨਾਂ ਦੀ ਕੋਠੜੀ, ਮਾਈ ਦੇ ਨਾਮ ਰੂਪੀ ਰਤਨ ਦੀ, ਸ਼ੁਭ ਗੁਣਾਂ ਦੀ ਰਤਨਾਂ ਦੀ ਕੋਠੜੀ, ਇਹ ਖੁੱਲ੍ਹ ਜਾਂਦੀ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਜਿਵੇਂ ਸਟਰੀਟ ਲਾਈਟਾਂ ਰਸਤੇ ਵਿੱਚ ਚਾਨਣ ਕਰਦੀਆਂ ਨੇ, ਰਾਤ ਦੇ ਹਨੇਰੇ ਵਿੱਚ ਬੰਦਾ ਡੱਕੋ ਡੋਲੇ ਨਹੀਂ ਖਾਂਦਾ। ਆ ਸ਼ਹਿਰ ਦੇ ਵਿੱਚ ਖਾਸ ਕਰਕੇ ਇਹ ਲਾਈਟਾਂ ਲੱਗੀਆਂ ਹੁੰਦੀਆਂ ਨੇ, ਫਲਾਈ ਓਵਰਾਂ ਦੇ ਉੱਪਰ ਲੱਗੀਆਂ ਹੁੰਦੀਆਂ ਨੇ, ਤਾਂ ਕਿ ਗੱਡੀਆਂ ਐਕਸੀਡੈਂਟ ਨਾ ਹੋਣ। ਇੰਝ ਇਹ ਜਿਹੜੀ ਗੁਰਬਾਣੀ ਹੈ, ਸਾਡੇ ਜੀਵਨ ਨੂੰ ਰਸ਼ਨਾਉਂਦੀ ਹੈ ਕਿ ਸਾਡਾ ਜਿਹੜਾ ਜੀਵਨ ਹੈ, ਕਿਤੇ ਡੱਕੋ ਡੋਲੇ ਖਾ ਕੇ ਖਾਈ ਦੇ ਵਿੱਚ ਹੀ ਨਾ ਡਿੱਗ ਪਏ। ਮਾਇਆ ਜਲ ਖਾਈ, ਪਾਣੀ ਘਰ ਬੰਨ੍ਹਦੇ ਆ। ਜਿਵੇਂ ਕੱਲ੍ਹ ਇਹ ਉਪਦੇਸ਼ ਆਇਆ ਸੀਗਾ ਕਿ ਮਾਇਆ ਦੀ ਖਾਈ ਦੇ ਵਿੱਚ ਨਾ ਕਿਤੇ ਡਿੱਗ ਪਏ, ਜਿਹਦੇ 'ਚ ਪਦਾਰਥਾਂ ਰੂਪੀ ਪਾਣੀ ਹੈ। ਇਉਂ ਮਹਾਰਾਜ ਨੇ ਇਹ ਲਾਈਟ ਪ੍ਰਕਾਸ਼ ਚਾਨਣ ਬਖਸ਼ਿਆ, ਜੋ ਇਸ ਲੋਕ ਨੂੰ ਵੀ ਰਸ਼ਨਾਉਂਦੀ ਹੈ ਅਤੇ ਪਰਲੋਕ ਨੂੰ ਵੀ ਰਸ਼ਨਾਉਂਦੀ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਪਰ ਕਰਮਾਂ ਦੇ ਨਾਲ ਆ ਕੇ ਮਨ ਵਿੱਚ ਵੱਸਦੀ ਹੈ। ਅਹਨਿਸ ਦੀਵਾ ਬਲੈ ਅਥਕ। ਇਹਦੇ 'ਚ ਕੋਈ ਵੱਟੀ ਨਹੀਂ ਪਾਉਣ ਦੀ ਲੋੜ, ਕੋਈ ਵਿੱਚ ਤੇਲ ਜਾਂ ਘਿਓ ਪਾਉਣ ਦੀ ਨਹੀਂ ਲੋੜ।
ਆਪਣੇ ਆਪ ਹੀ ਇਹ ਜਿਹੜਾ ਸ਼ਬਦ ਦਾ ਦੀਵਾ ਹੈ, ਇੱਕ ਰਸ ਗਿਆਨ ਦਾ ਦੀਵਾ ਜਗ ਪਵੇਗਾ। ਐਸਾ ਦੀਵਾ ਨੀਰ ਤਰਾਇ। ਇਹ ਭਾਈ ਅਜਿਹਾ ਗਿਆਨ ਰੂਪ ਦੀਵਾ ਤੈਨੂੰ ਪਦਾਰਥਾਂ ਵਿਸ਼ਿਆਂ ਰੂਪ ਜਾਂ ਬੈਤਰਨੀ ਨਦੀ ਦੇ ਪਾਣੀ ਤੋਂ ਤਾਰ ਦੇਵੇਗਾ। ਆ ਗੰਦੇ ਛੱਪੜ ਦੇ ਵਿੱਚ ਦੀਵੇ ਤਾਰਨ ਨਾਲ ਨਹੀਂ ਆਤਮਾ ਨੇ ਤਰਨਾ। ਮਹਾਰਾਜ ਦੇ ਦਰਬਾਰ 'ਚ ਆਓ ਤੇ ਥੋੜਾ ਬਹੁਤਾ ਕੋਈ ਚਾਨਣ ਪ੍ਰਾਪਤ ਕਰੋ। ਜਿਤ ਦੀਵੈ ਸਭ ਸੋਝੀ ਪਾਇ। ਜਿਸ ਗਿਆਨ ਰੂਪ ਦੀਵੇ ਨਾਲ ਲੋਕ ਪਰਲੋਕ ਆਦਿਕ ਦੀ ਸਾਰੀ ਗਿਆਤ ਪੈ ਜਾਂਦੀ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਮਿੱਟੀ ਸੋਝੀ ਹੋ। ਜੋ ਆਤਮ ਸ਼ੈਨੀ ਬੁੱਧ ਦੁਆਰਾ ਸਤ ਸਤ ਦੀ ਵਿਚਾਰ ਜਾਂ ਲੋਕ ਪਰਲੋਕ ਦੀ ਗਿਆਤ ਹੋਣੀ ਹੈ, ਇਹ ਚੰਗੀ ਚੀਕਣੀ ਮਿੱਟੀ ਹੋਵੇ। ਕਾ ਕੀਆ ਮਾਨੈ ਸੋਇ। ਇਸ ਮਿੱਟੀ ਦਾ ਕੀਤਾ ਬਣਾਇਆ ਹੋਇਆ ਗਿਆਨ ਰੂਪ ਦੀਵਾ ਉਹ ਪਰਮਾਤਮਾ ਮੰਨ ਲੈਂਦਾ। ਭਾਵ ਐਸਾ ਦੀਵਾ ਪ੍ਰਭੂ ਪ੍ਰਮਾਣ ਕਰਦਾ ਹੈ। ਕਰਨੀ ਤੇ ਕਰ ਚੱਕਹੁ ਢਾਲ। ਸ਼ੁਭ ਕਰਨੀ ਜਾਂ ਭਗਤੀ ਰੂਪੀ ਚੱਕ ਦੇ ਉੱਪਰ ਇਸ ਗਿਆਤ ਰੂਪ ਮਿੱਟੀ ਨੂੰ ਢਾਲਣਾ ਕਰੋ। ਅਥੈ ਉਥੈ ਨਿਭਹੀ ਨਾਲ। ਫਿਰ ਗਿਆਨ ਰੂਪ ਦੀਵਾ ਇਸ ਲੋਕ ਤੇ ਪਰਲੋਕ ਦੇ ਵਿੱਚ ਤੁਹਾਡੇ ਸਾਥ ਤੁਹਾਡੇ ਨਾਲ ਹੀ ਨਿਭੇਗਾ। ਜਿਹੇ ਮਾਰਗ ਜਨ ਗਣੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਜਿੱਥੇ ਕੋ ਗਿਣੇ ਨਹੀਂ ਜਾਂਦੇ ਰਸਤੇ ਦੇ, ਉੱਥੇ ਮਹਾਰਾਜ ਦਾ ਨਾਮ ਤੁਹਾਡੇ ਲਈ ਬ੍ਰੇਕਫਾਸਟ, ਲੰਚ, ਡਿਨਰ। ਅੱਜ ਕੱਲ੍ਹ ਦੀ ਬੋਲੀ ਵਿੱਚ ਤੋਸਾ ਪੁਰਾਣੀ ਬੋਲੀ ਸੀਗੀ। ਇੱਕ ਮਿੱਠੀ ਰੋਟੀ ਜਿਹਦੇ ਵਿੱਚ ਘਿਓ ਪਾਇਆ ਹੋਵੇ ਅਤੇ ਉਹ ਥੋੜ੍ਹਾ ਜਿਹਾ ਹੀ 2 ਬੁਰਕੀਆਂ ਖਾਓ, ਪਾਣੀ ਪੀਓ, ਪੇਟ ਭਰ ਜਾਂਦਾ। ਮਤਲਬ ਮਨ ਪ੍ਰਸੰਨ ਹੋ ਜਾਂਦਾ। ਜਿਹਦੇ ਵਿੱਚ ਗਿਆਨ ਦਾ ਮੈਦਾ, ਪ੍ਰੇਮ ਦਾ ਘਿਓ ਅਤੇ ਭਗਤੀ ਦੀ ਖੰਡ ਪਾ ਕੇ ਬ੍ਰਹਮ ਅਭਿਆਸ ਰੂਪ ਅੱਗ ਦੇ ਉੱਪਰ ਸੇਕ ਕਰਕੇ ਜਿਸ ਤੋਸੇ ਨੂੰ ਬਣਾਇਆ ਹੋਵੇ, ਉਹ ਪਰਲੋਕ ਦੇ ਰਸਤੇ ਮਹਾਰਾਜ ਦੇ ਘਰ ਵੱਲੋਂ ਤੁਹਾਨੂੰ ਪ੍ਰਾਪਤ ਹੋਵੇਗਾ। ਜਿਹੇ ਮਾਰਗ ਗਣੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਮਹਾਰਾਜ ਦਾ ਨਾਮ ਤੋਸਾ ਬਣ ਕੇ ਆਏਗਾ। ਜਿਹੇ ਪੈਡੇ ਮਹ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਿਸ ਰਸਤੇ ਹਨੇਰਾ ਘੁੱਪ ਹੈ, ਉੱਥੇ ਵਾਹਿਗੁਰੂ ਦਾ ਨਾਮ ਤੈਨੂੰ ਚਾਨਣ ਬਖਸ਼ਿਸ਼ ਕਰੇਗਾ। ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸੰਜਾਨੋ, ਹਰ ਕਾ ਨਾਮ ਤੈ ਨਾਲ ਪਛਾਨੋ। ਜੈ ਮਹਾ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਗਰਮੀ ਦੇ ਵਿੱਚੋਂ ਸ਼ਾਮ ਪ੍ਰਾਪਤ ਹੋਏਗੀ। ਜਿੱਥੇ ਕੋਈ ਜਾਣ ਪਹਿਚਾਣ ਵਾਲਾ ਨਹੀਂ, ਮਹਾਰਾਜ ਦਾ ਨਾਮ ਜਾਣ ਪਹਿਚਾਣ ਕਰੇਗਾ। ਆਪੇ ਨਦਰ ਕਰੇ ਜਾ ਸੋਇ। ਜਦ ਉਹ ਪਰਮਾਤਮਾ ਆਪ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ। ਗੁਰਮੁਖ ਬਿਰਲਾ ਬੂਝੈ ਕੋਈ। ਤਦ ਕੋਈ ਟਾਵਾਂ ਟਾਵਾਂ ਗੁਰਮੁਖ ਗੁਰਾਂ ਦੁਆਰਾ ਇਸ ਗਿਆਨ ਦੇ ਦੀਵੇ ਨੂੰ ਜਗਾਉਣਾ ਸਮਝਦਾ ਹੈ। ਘਾਟ ਦੀਵਾ ਨੀਚਲ ਹੋਇ। ਇਸ ਗੁਰਮੁਖ ਦੇ ਹਿਰਦੇ ਵਿੱਚ ਗਿਆਨ ਰੂਪ ਅਚਲ ਦੀਵਾ ਅਸਥਿਤ ਹੁੰਦਾ ਹੈ। ਪਾਣੀ ਮਰੈ ਨਾ ਬੁਝਾਇਆ ਜਾਏ। ਇਹ ਗਿਆਨ ਰੂਪ ਦੀਵਾ ਨਾ ਹੀ ਪਦਾਰਥਾਂ ਨੂੰ ਪਾਣੀ 'ਚ ਮਰਦਾ ਡੁੱਬਦਾ ਅਤੇ ਨਾ ਹੀ ਕਿਸੇ ਵਿਘਨ ਕਰਕੇ ਬੁਝਾਇਆ ਜਾ ਸਕਦਾ ਹੈ। ਐਸਾ ਦੀਵਾ ਨੀਰ ਤਰਾਇ। ਇਹ ਭਾਈ ਅਜਿਹਾ ਗਿਆਨ ਰੂਪ ਦੀਵਾ ਤੈਨੂੰ ਪਦਾਰਥਾਂ ਵਿਸ਼ਿਆਂ ਰੂਪ ਪਾਣੀ ਤੋਂ ਪਾਰ ਕਰ ਦੇਵੇਗਾ। ਜਾਂ ਆਪਣੀ ਜ਼ਿੰਦਗੀ ਰੂਪ ਨਦੀ ਵਿੱਚ ਐਸਾ ਗਿਆਨ ਰੂਪ ਦੀਵਾ ਤੂੰ ਤਾਰ ਨਾ ਕਰ। ਲੈ ਵਾਵ
ਨਾ ਵੱਡਾ ਹੋਏ। ਵਾਸ਼ਨਾ ਰੂਪ ਹਵਾ ਕਰਕੇ ਗਿਆਨ ਰੂਪ ਦੀਵਾ ਡੋਲਦਾ ਨਹੀਂ ਹੈ ਤੇ ਨਾ ਹੀ ਵੱਡਾ ਹੁੰਦਾ ਹੈ। ਵੱਡਾ ਦਾ ਮਤਲਬ ਬੁਝਦਾ ਨਹੀਂ ਹੈ। ਜਾਪੈ ਜਿਉ ਸਿੰਘਾਸਣ ਲੋਏ। ਵਡੱਪਣ ਹੰਕਾਰ ਵੀ ਨਹੀਂ ਹੁੰਦਾ। ਜਿਵੇਂ ਸਿੰਘ ਆਸਨ, ਸਿੰਘ ਸ਼ੁੱਧ ਸਰੂਪ ਹਰੀ ਆਪਣੇ ਸੱਚਖੰਡ ਰੂਪ ਆਸਨ ਦੇ ਬਿਰਾਜਮਾਨ ਹੁੰਦਾ, ਤਿਵੇਂ ਇਸ ਗਿਆਨ ਦੀਵੇ ਦੀ ਲੋ ਪ੍ਰਕਾਸ਼ ਕਰਕੇ ਹਿਰਦੇ ਵਿੱਚ ਹੀ ਜਾਪੇ ਜਾਣਿਆ ਜਾਂਦਾ ਹੈ, ਜਾਂ ਤਿਸ ਦੀਵੇ ਦੀ ਲੋ ਕਰਕੇ ਹਿਰਦੇ ਰੂਪ ਤਖਤ ਤੇ ਜਿਉਂ ਦਾ ਤਿਉਂ ਹਰੀ ਜਾਣਿਆ ਜਾਂਦਾ ਹੈ। ਖੱਤਰੀ ਬ੍ਰਾਹਮਣ ਸੂਦ ਕੇ ਵੈਸ। ਭਾਵੇਂ ਕੋਈ ਖੱਤਰੀ ਤੇ ਭਾਵੇਂ ਬ੍ਰਾਹਮਣ, ਭਾਵੇਂ ਸ਼ੂਦਰ ਜਾਂ ਭਾਵੇਂ ਵੈਸ਼ ਹੋਵੇ। ਨਿਰਤਨਾ ਪਾਈਆ ਗਣੀ ਸਹੰਸ। ਕੇਵਲ ਇਹੀ ਜਾਤਾਂ ਵਰਨ ਨਹੀਂ, ਬਲਕਿ ਹੋਰ ਕਿਤਨੇ ਹੀ ਵਰਨ ਤੇ ਜਾਤਾਂ ਆਦਿਕ ਨੇ ਜਿਨ੍ਹਾਂ ਦਾ ਨਿਰਣਾ ਨਹੀਂ ਪਾਇਆ ਜਾਂਦਾ। ਜੇਕਰ ਗਿਣਨਾ ਕਰੀਏ ਤਾਂ ਹਜ਼ਾਰਾਂ ਹੀ ਜਾਤਾਂ ਵਰਨ ਆਦਿਕ ਹੋਣਗੇ। ਇਸੇ ਪ੍ਰਕਾਰ ਨਿਰਤਨਾ ਪਾਈਆ ਖੱਤਰੀ। ਖੱਤਰੀ ਬ੍ਰਾਹਮਣ ਸੂਦ ਕੇ ਵੈਸ। ਖੱਤਰੀ, ਬ੍ਰਾਹਮਣ, ਸ਼ੂਦਰ ਜਾਂ ਵੈਸ਼ ਆਦਿਕ ਜਾਤਾਂ ਦਾ ਅਭਿਮਾਨ ਨਹੀਂ ਰਹਿੰਦਾ ਹੈ। ਨਿਰਤਨਾ ਪਾਈਆ ਗੁਣੀ ਸਹੰਸ। ਗੁਣੀ ਨਹੀਂ ਗਣੀ, ਫਿਰ ਪੜ੍ਹਦੇ ਕਰ। ਨਿਰਤਨਾ ਪਾਈਆ ਗਣੀ ਸਹੰਸ। ਇਸ ਗਿਆਨ ਦੇ ਦੀਵੇ ਨੇ ਕਿੰਨੇ ਕੁ ਤਾਰੇ ਨੇ, ਉਹਨਾਂ ਦੀ ਗਿਣਤੀ ਦਾ ਨਿਰਣਾ ਨਹੀਂ ਪਾਇਆ ਜਾ ਸਕਦਾ। ਭਾਵ ਇਸ ਦੀਵੇ ਨੇ ਹਜ਼ਾਰਾਂ ਹੀ ਤਾਰ ਦਿੱਤੇ ਹਨ। ਐਸਾ ਦੀਵਾ ਬਾਲੇ ਕੋਇ। ਅਜਿਹਾ ਗਿਆਨ ਰੂਪ ਦੀਵਾ ਕੋਈ ਵਿਰਲਾ ਹੀ ਬਾਲਦਾ ਹੈ, ਜਗਾਉਂਦਾ ਹੈ। ਨਾਨਕ ਸੋਭਾ ਰੰਗਤ ਹੋਏ। ਜਿਹੜਾ ਕੋਈ ਬਾਲਦਾ ਹੈ, ਸਤਿਗੁਰੂ ਜੀ ਕਹਿੰਦੇ ਕਿ ਉਹ ਪਰਮ ਗਤੀ ਕੇਵਲ ਮੋਖ ਨੂੰ ਪ੍ਰਾਪਤ ਹੋ ਜਾਵੇਗਾ, ਹੋ ਜਾਂਦਾ ਹੈ। ਰਾਮ ਕਲੀ ਮਹਲਾ ਪਹਿਲਾ। ਰਾਮਕਲੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ, ਤੁਧਨੋ ਨਿਵਣ ਮੰਨਣ ਤੇਰਾ ਨਾਉ। ਅਸੀਂ ਸਤਿਗੁਰੂ ਜੀ ਨੂੰ ਆ ਕੇ ਨਿਉਂਦੇ ਮੱਥਾ ਟੇਕਦੇ ਹਾਂ, ਪਰਿਕਰਮਾ ਕਰਦੇ ਹਾਂ, ਪਰ ਅਸਲ ਦੇ ਵਿੱਚ ਨਿਉਣਾ ਕੀ ਹੈ? ਹੇ ਪਰਮਾਤਮਾ, ਜੋ ਤੇਰਾ ਅਸੀਂ ਨਾਮ ਮੰਨਣਾ ਕਰਦੇ ਹਾਂ, ਇਹੀ ਤੈਨੂੰ ਨਮਸਕਾਰ ਹੈ। ਅਸਲ ਦੇ ਵਿੱਚ ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਪੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ, ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਉਦਾਰੇ, ਨਮਸਤੰ ਅਪਾਰੇ, ਨਮਸਤੰ ਸੁਏਕੈ, ਨਮਸਤੰ ਅਨੇਕੈ, ਨਮਸਤੰ ਅਭੂਤੇ, ਨਮਸਤੰ ਅਜੂਪੇ। ਇਹ ਜਿਹੜਾ ਮਹਾਰਾਜ ਦੇ ਨਾਮਾਂ ਨੂੰ ਲੈ ਕੇ ਨਮਸਕਾਰ ਕਰਨੀ ਹੈ, ਇਹੀ ਅਸਲ 'ਚ ਨਮਸਕਾਰ ਹੈ। ਮੰਨਣ ਤੇਰਾ ਨਾਮ। ਜਿਹੜਾ ਤੇਰਾ ਨਾਮ ਦਾ ਉਚਾਰਨ ਕਰਨਾ, ਉਹਦੇ ਤੋਂ ਬਾਅਦ ਮੰਨਣ ਕਰਨਾ, ਇਹੀ ਤੈਨੂੰ ਨਿਉ ਕੇ ਮੱਥਾ ਟੇਕਣਾ ਹੈ। ਸਾਚ ਭੇਟ ਬੈਸਣ ਕਉ ਥਾਉ। ਇਹ ਪਰਮਾਤਮਾ, ਇਸ ਨਾਮ ਰੂਪ ਸੱਚੀ ਭੇਟਾ ਕਰਕੇ ਤੂੰ ਆਪਣੇ ਸਰੂਪ, ਆਪਣੇ ਸੱਚਖੰਡ ਵਿੱਚ ਬੈਠਣ ਦੇ ਲਈ ਅਸਥਾਨ ਦੇਣਾ ਕਰਦਾ ਹੈ। ਸਤ ਸੰਤੋਖ ਹੋਵੈ ਅਰਦਾਸ। ਜੇਕਰ ਕੋਈ ਸੱਚ ਬੋਲਣ ਤੇ ਸੰਤੋਖ ਭਲੀ ਪ੍ਰਕਾਰ ਤ੍ਰਿਪਤੀ ਆਦਿ ਗੁਣਾਂ ਦੇ ਸੰਯੁਕਤ ਹੋ ਕਰਕੇ ਤੇਰੇ ਅੱਗੇ ਅਰਦਾਸ ਅਰਜ਼ੋਈ ਕਰਦਾ ਹੈ, ਜਾਂ ਇਸੇ ਪ੍ਰਕਾਰ ਸਤ ਸੰਤੋਖ ਹੋਵੈ ਅਰਦਾਸ। ਜਿਵੇਂ ਆਪਾਂ 10 ਰੁਪਏ ਪਾ ਕੇ ਮੱਥਾ ਟੇਕ ਕੇ ਅਰਦਾਸ ਕਰਦੇ ਹਾਂ, ਇਉਂ ਸਤ ਤੇ ਸੰਤੋਖ ਰੂਪ
2 ਟਕੇ ਰੱਖ ਕੇ ਅਰਦਾਸ ਕਰਦਾ ਜਿਹੜਾ, ਤਾ ਸੁਣ ਸਦ ਬਹਾਲੇ ਪਾਸ। ਤਾਂ ਤੋਂ ਉਹਦੀ ਬੇਨਤੀ ਸੁਣ ਕੇ ਉਹਨੂੰ ਸੱਦ ਕੇ ਬੁਲਾ ਕੇ ਆਪਣੇ ਕੋਲ ਬਿਠਾਉਂਦਾ ਹੈ। ਭਾਵ ਉਹਦੀ ਸਭ ਬੇਨਤੀ ਨੂੰ ਪੂਰੀ ਕਰਦਾ ਅਤੇ ਆਪਣੇ ਸਰੂਪ ਦੇ ਵਿੱਚ ਉਸ ਨੂੰ ਅਭੇਦਤਾ ਬਖਸ਼ਿਸ਼ਦਾ ਹੈ। ਨਾਨਕ ਬਿਰਥਾ ਕੋਈ ਨਾ ਹੋਏ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਜਦੋਂ ਦੀ ਅਸੀਂ ਗੁਰਦੁਆਰੇ ਆਉਣਾ ਸ਼ੁਰੂ ਕੀਤਾ ਹੈ, ਅਸੀਂ ਤੇਰੇ ਦਰ ਤੋਂ ਐਸੀ ਅਰਦਾਸ ਕਰਨ ਵਾਲਾ ਕੋਈ ਖਾਲੀ ਮੁੜਿਆ ਜਾਂਦਾ ਨਹੀਂ ਦੇਖਿਆ ਅੱਜ ਤੱਕ। ਭਾਵ ਉਹਦੇ ਸਾਰੇ ਖਜ਼ਾਨੇ ਤੋਂ ਭਰ ਦਿੰਦਾ ਹੈ, ਜਿਹੜਾ ਤੇਰੇ ਚਰਨਾਂ ਵਿੱਚ ਸੱਤ ਅਤੇ ਸੰਤੋਖ ਦੇ ਟਕੇ ਰੱਖ ਕੇ ਅਰਦਾਸ ਕਰਦਾ ਹੈ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਸਭਨਾਂ ਦੇ ਖਜ਼ਾਨੇ ਤੂੰ ਭਰਦਾ ਹੈ, ਬਿਰਤੀ ਕਦੇ ਨਾ ਹੋਵੇ, ਜਨ ਕੀ ਅਰਦਾਸ ਹੋਵੇ ਜਨ ਅਤੇ ਸੱਤ ਸੰਤੋਖ ਰੂਪੀ ਟਕੇ ਹੋਣ ਤਾਂ ਅਰਦਾਸ ਵਿਅਰਥ ਨਹੀਂ ਜਾਂਦੀ। ਜਾਨੂੰ ਕੋਈ ਅਵਿਦਿਆਦਿਕ ਦੀ ਬਿਰਤਾ ਪੀੜਾ ਨਹੀਂ ਹੁੰਦੀ ਹੈ। ਐਸੀ ਦਰਗਹ ਹੈ ਸਾਚਾ ਸੋਏ। ਇਹ ਪਰਮਾਤਮਾ ਜੋ ਅਜਿਹੀ ਅਰਦਾਸ ਕਰਨ ਵਾਲਾ, ਉਹ ਤੇਰੀ ਦਰਗਾਹ ਦੇ ਵਿੱਚ ਸੱਚ ਸਰੂਪ ਦੀ ਪ੍ਰਾਪਤੀ ਵਾਲਾ ਹੁੰਦਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਪ੍ਰਾਪਤ ਪੋਤਾ ਕਰਮ ਪਸਾਉ। ਇਹ ਪਰਮਾਤਮਾ ਜਿਸ ਨੂੰ ਤੂੰ ਆਪਣੀ ਕਿਰਪਾ ਕਰਕੇ ਐਸੇ ਸ਼ੁਭ ਗੁਣਾਂ ਦੀ ਜਾਂ ਐਸੀ ਅਰਦਾਸ ਕਰਨ ਦੀ ਦਾਤ ਦੇਣੀ ਕਰਦਾ ਹੈ, ਉਹਨੂੰ ਤੇਰਾ ਨਾਮ, ਤੇਰਾ ਸਰੂਪ ਰੂਪੀ ਖਜ਼ਾਨਾ ਪ੍ਰਾਪਤ ਹੁੰਦਾ ਹੈ। ਜਾਂ ਪੋਤਾ ਨਾਮ ਹੈ ਜਹਾਜ਼ ਦਾ, ਉਸੇ ਨੂੰ ਗਿਆਨ ਰੂਪੀ ਜਹਾਜ਼ ਦੀ ਪ੍ਰਾਪਤੀ ਹੁੰਦੀ ਹੈ। ਤੂੰ ਦੇਵ ਹੈ ਮੰਗਤ ਜਨ ਚਾਉ। ਇਹ ਪਰਮਾਤਮਾ ਸਾਨੂੰ ਮੰਗਤੇ ਜਗਿਆਸੂ ਜਨਾਂ ਨੂੰ ਇਸ ਦਾਤ ਲੈਣ ਦਾ ਚਾਅ ਉਤਸ਼ਾਹ ਲੱਗਾ ਰਹਿੰਦਾ ਹੈ। ਤੂੰ ਆਪ ਹੀ ਇਹ ਦਾਤ ਸਾਨੂੰ ਬਖਸ਼ਿਸ਼ ਕਰ ਦੇਣੀ ਕਰਦਾ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੂੰ ਰੰਗ ਰਾਤਾ ਕਰਤਾ, ਤੂੰ ਮੇਰਾ ਜਜਮਾਨ, ਇੱਕ ਦਖਣਾ ਹਉ ਤੈ ਪੈ ਮੰਗੋ, ਦੇਹ ਆਪਣਾ ਨਾਮ। ਪਾਂਡੈ ਭਾਉ ਪਵੈ ਤਿਤ ਆਏ। ਜਿਨ੍ਹਾਂ ਦੇ ਹਿਰਦੇ ਰੂਪੀ ਭਾਂਡੇ ਵਿੱਚ ਭਾਉ ਪ੍ਰੇਮ ਹੈ, ਤਿਸ ਦੇ ਅੰਦਰ ਹੀ ਇਹ ਗੁਣ ਜਾਂ ਗਿਆਨ ਜਾਂ ਨਾਮ ਦੀ ਦਾਤ ਆ ਕੇ ਪੈਂਦੀ ਹੈ। ਧੁਰਤਾ ਛੋਡੀ ਕੀਮਤ ਪਾਏ। ਇਹ ਪਰਮਾਤਮਾ ਤੂੰ ਆਦਿ ਤੋਂ ਹੀ ਇਹ ਕੀਮਤ ਪਾ ਛੱਡੀ ਹੈ, ਪਾ ਦਿੱਤੀ ਹੈ ਕਿ ਗੁਰਮੁਖਾਂ ਨੂੰ ਤੇਰੇ ਸਰੂਪ ਦੀ ਪ੍ਰਾਪਤੀ ਹੋਣੀ ਹੈ ਅਤੇ ਮਨਮੁਖਾਂ ਨੂੰ ਸਮਝ ਨਹੀਂ ਆਉਣੀ। ਸੋ ਸਾਨੂੰ ਸਾਰੀ ਉਮਰ ਇਹੀ ਸਮਝ ਨਹੀਂ ਆਉਂਦੀ ਵੀ ਮੂਲ ਮੰਤਰ ਗੁਰ ਪ੍ਰਸਾਦ ਤੱਕ ਹੈ ਕਿ ਨਾਨਕ ਹੋਸੀ ਵੀ ਸੱਚ ਤੱਕ। ਇਹੀ ਸਮਝ ਨਹੀਂ ਆਉਂਦੀ ਵੀ ਅੰਮ੍ਰਿਤ ਛਕਣਾ ਚਾਹੀਦਾ ਹੈ ਕਿ ਨਹੀਂ ਛਕਣਾ ਚਾਹੀਦਾ। ਖਬਰਿਆ ਗੁਰੂ ਗੋਬਿੰਦ ਸਿੰਘ ਨੇ ਜਿੱਥੇ ਮਹਾਰਾਜ ਨੇ ਜਨਮ ਧਾਰਿਆ ਅਤੇ ਕੀ ਪਤਾ ਉਹਨਾਂ ਬਿਹਾਰੀਆਂ ਲਈ ਬਣਾਇਆ ਹੋਵੇ, ਸਾਡੇ ਪੰਜਾਬੀਆਂ ਲਈ ਤਾਂ ਹੈ ਨਹੀਂ ਹੈ। ਜੇ ਹੋਵੇ ਤਾਂ ਆਪਾਂ ਮੋਨੇ ਕਿਉਂ ਹੋਈਏ, ਅੰਮ੍ਰਿਤ ਕਿਉਂ ਨਾ ਛਕੀਏ। ਅਜੇ ਤੱਕ ਇੰਨੀ ਸਮਝ ਨਹੀਂ ਆਈ, ਸਾਰੀ ਉਮਰ ਲੰਘ ਜਾਂਦੀ ਹੈ। ਤੋ ਜਿਹਦੇ 'ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਉਹਨਾਂ ਗੁਰਮੁਖਾਂ ਨੂੰ ਹੀ ਤੇਰੇ ਸਰੂਪ ਦੀ ਪ੍ਰਾਪਤੀ ਹੋਣੀ ਹੈ। ਪ੍ਰਾਪਤੀ ਹੋਣੀ ਬੜੀ ਦੂਰ ਦੀ ਗੱਲ ਹੈ, ਗੁਰੂ ਘਰ 'ਚ ਦਾਖਲਾ ਹੀ ਨਹੀਂ ਹੁੰਦਾ। ਇਸੇ ਪ੍ਰਕਾਰ ਆਪਣੀ ਕੀਮਤ ਧੁਰਤੈ ਛੋਡੀ ਕੀਮਤ ਪਾਏ। ਹੇ ਧੁਰ ਰੂਪ ਪਰਮਾਤਮਾ, ਤੂੰ ਜਿਨ੍ਹਾਂ ਦੀ ਹੰਗਤਾ ਮਮਤਾ ਛਡਾ ਦਿੱਤੀ ਹੈ, ਉਹ ਤੇਰੇ ਸਰੂਪ ਦੀ ਪ੍ਰਾਪਤੀ ਰੂਪ ਕੀਮਤ ਨੂੰ ਪਾਉਂਦੇ ਹਨ। ਜਿਨ ਕਿਛ ਕੀਆ ਸੋ ਕਿਛ ਕਰੈ। ਜਿਸ ਵਾਹਿਗੁਰੂ ਨੇ ਇਹ ਜਗਤ ਆਦਿਕ ਸਭ ਕੁਝ ਪੈਦਾ ਕੀਤਾ ਹੈ, ਉਹੀ ਪਰਮਾਤਮਾ ਸਭ ਕੁਝ ਪਾਲਣਾ ਕਰ ਰਿਹਾ ਹੈ,
ਪਰਲੋ ਆਦਿ ਕਰਦਾ ਹੈ। ਆਪਣੀ ਕੀਮਤ ਆਪੇ ਧਰੈ। ਆਪ ਦੀ ਸੱਤਾ ਆਪਣੇ ਸਰੂਪ ਦੀ ਕੀਮਤ ਨੂੰ ਆਪ ਹੀ ਧਾਰਨ ਕਰਦਾ ਹੈ। ਇਸੇ ਪ੍ਰਕਾਰ ਜਿਨ ਕਿਛ ਕੀਆ ਸੋ ਕਿਛ ਕਰੈ। ਸੋ ਜਿਸ ਜਗਿਆਸੂ ਨੇ ਕੁਝ ਅਭਿਆਸ ਕੀਤਾ ਹੈ ਉਹੀ ਕੁਝ ਆਪਣੇ ਸਰੂਪ ਦਾ ਅਨੁਭਵ ਕਰ ਸਕਦਾ ਹੈ। ਆਪਣੀ ਕੀਮਤ ਆਪੇ ਧਰੈ। ਆਪਣੇ ਸਰੂਪ ਦੀ ਪ੍ਰਾਪਤੀ ਰੂਪ ਕੀਮਤ ਨੂੰ ਆਪ ਹੀ ਧਾਰਨ ਕਰਦਾ ਹੈ। ਜਾਂ ਆਤਮਾ ਪਰਾਤਮਾ ਦੀ ਏਕਤਾ ਆਪ ਹੀ ਧਾਰਨ ਕਰਦਾ ਹੈ। ਗੁਰਮੁਖੇ ਪ੍ਰਗਟ ਹੁਆ ਹਰਿ ਰਾਇ। ਗੁਰਮੁਖ ਜਨਾਂ ਨੂੰ ਗੁਰਾਂ ਦੁਆਰਾ ਰਾਏ ਪ੍ਰਕਾਸ਼ ਰੂਪ ਹਰੀ ਪ੍ਰਭੂ ਹਿਰਦੇ ਅੰਦਰੋਂ ਹੀ ਪ੍ਰਗਟ ਸਾਖਿਆਤਕਾਰ ਹੋ ਆਇਆ ਹੈ। ਨਾ ਕੋ ਆਵੈ ਨਾ ਕੋ ਜਾਇ। ਉਹਨਾਂ ਦੀ ਦ੍ਰਿਸ਼ਟੀ ਵਿੱਚ ਨਾ ਕੋਈ ਜਨਮ ਧਾਰ ਕੇ ਆਉਂਦਾ ਤੇ ਨਾ ਹੀ ਕੋਈ ਮਰ ਕੇ ਜਾਂਦਾ ਹੈ। ਨਾ ਕਿਛ ਜਨਮੈ ਨਾ ਕਿਛ ਮਰੈ ਆਪਨ ਚਲਤ ਆਪ ਹੀ ਕਰੈ। ਆਮਨ ਜਾਮਨ ਦ੍ਰਿਸ਼ਟੀ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਉਹਨਾਂ ਨੇ ਇਹੀ ਸਮਝਿਆ ਕਿ ਸਭਨਾਂ ਵਿੱਚ ਜੰਮਣ ਮਰਨ ਤੋਂ ਰਹਿਤ ਵਾਹਿਗੁਰੂ ਦੀ ਜੋਤ ਪ੍ਰਗਟ ਹੈ। ਸੋ ਉਹਨਾਂ ਦੀ ਨਿਗਾਹ ਵਿੱਚ ਸਭਨਾਂ 'ਚ ਵਾਹਿਗੁਰੂ ਦੀ ਜੋਤ ਪ੍ਰਗਟ ਹੋ ਆਉਂਦੀ ਹੈ। ਲੋਕ ਤਿਕਾਰ ਕਹੈ ਮੰਗਤ ਜਾਨ। ਜਿਹੜੇ ਪ੍ਰਤੱਖ ਸੰਸਾਰ ਵਿੱਚ ਮੰਗਤੇ ਹਨ ਉਹਨਾਂ ਨੂੰ ਦੁਨੀਆ ਦੇ ਲੋਕ ਲਾਹਨਤ ਯੋਗ ਹੀ ਆਖਦੇ ਹਨ। ਮਤਲਬ ਉਹਨਾਂ ਦੀ ਬੇਇੱਜ਼ਤੀ ਹੁੰਦੀ ਹੈ ਕਿ ਤੁਸੀਂ ਪਹਿਲਾਂ ਤਾਂ ਕਦੀ ਬੁਲਾਇਆ ਨਹੀਂ, ਅੱਜ ਤੁਹਾਨੂੰ ਲੋੜ ਪੈ ਗਈ ਹੈ ਅਤੇ ਤੁਸੀਂ ਮੰਗਣ ਆ ਗਏ ਹੋ। ਅਤੇ ਇਸ ਵਾਸਤੇ ਇੱਕ ਵਾਰ ਮੈਨੂੰ ਇਹ ਮਹਿਸੂਸ ਹੋਇਆ, ਆ ਮਹਾਰਾਜ ਜੋ ਹੁਣ ਕਹਿ ਰਹੇ ਨੇ, ਕੋਈ ਰਿਸ਼ਤੇਦਾਰੀ ਦੇ ਵਿੱਚੋਂ MC ਦੀਆਂ ਵੋਟਾਂ 'ਚ ਖੜ੍ਹ ਗਿਆ। ਉਹ ਨਿਆਣਿਆਂ ਦਾ ਕੀ ਹੈ, ਆਪਾਂ ਵੀ ਜਿੰਦਾਬਾਦ ਜਿੰਦਾਬਾਦ ਝੰਡੀਆਂ ਚੁੱਕੀਆਂ ਹੋਈਆਂ ਅਤੇ ਚੰਗਾ ਜਥਾ ਤਿਆਰ ਕਰਕੇ ਕਿਸੇ ਦੇ ਦਰਵਾਜ਼ੇ ਅੱਗੇ ਜਾ ਕੇ ਖੜ੍ਹ ਗਏ। ਅਤੇ ਘਰ ਵਾਲਾ ਉਹ ਰੌਲਾ ਜਿਹਾ ਵੇਖ ਕੇ ਬਾਹਰ ਨਿਕਲਿਆ, ਆਵਾਜ਼ ਵੀ ਮਾਰੀ, ਕਹਿੰਦਾ ਹਾਂਜੀ ਦੱਸੋ ਜੀ। ਸੋ ਦਾੜੇ ਵਾਲੇ ਚੰਗੇ ਗੁਰਸਿੱਖ ਬੰਦੇ ਬਾਣੇ ਪਾਏ ਹੋਏ, ਮੈਂ ਵੀ ਅੰਮ੍ਰਿਤ ਛਕਿਆ ਸੀਗਾ, ਅਤੇ ਬਜ਼ੁਰਗ ਵੀ ਅੰਮ੍ਰਿਤਧਾਰੀ ਚਿੱਟੀ ਦਾੜੀ ਵਾਲੇ, ਬੇਟਾ ਉਹਨਾਂ ਦਾ ਖੜ੍ਹਿਆ, ਮੈਂ ਮਗਰ ਸੀਗਾ। ਉਹ ਜਿਹਦੇ ਕੋਲੋਂ ਵੋਟ ਮੰਗ ਰਹੇ ਉਹਦਾ ਕਾਲਾ ਦਾੜਾ ਅਤੇ ਹੱਥ ਜੋੜ ਕੇ ਗਲ 'ਚ ਪਰਨਾ ਪਾਇਆ ਹੋਇਆ, ਪੱਗ ਐਨ ਚਿੱਟੀ ਅਤੇ ਲੱਕ ਨਾਲ ਨੀਲਾ ਪਰਨਾ ਬੰਨ੍ਹਿਆ ਹੋਇਆ, ਗੁਰਸਿੱਖੀ ਵਾਲਾ ਲਿਬਾਸ, ਅਤੇ ਉਹ ਆਮ ਇਨਸਾਨ ਹੱਥ ਜੋੜ ਕੇ ਕਹਿਣ ਲੱਗੇ ਵੇਖੋ ਜੀ। ਕਹਿੰਦੇ ਹਾਂਜੀ ਦੱਸੋ। ਕਹਿੰਦੇ ਆ ਤੁਹਾਡਾ ਹੀ ਬੱਚਾ ਹੈ। ਕਹਿੰਦੇ ਬਾਬਾ ਜੀ ਕੋਈ ਸ਼ਰਮ ਕਰੋ, ਤੁਸੀਂ ਗੁਰਸਿੱਖ ਬੰਦੇ ਹੋ, ਪਰਨਾ ਤੁਸੀਂ ਲੱਕ ਨਾਲ ਬੰਨ੍ਹਿਆ ਹੋਇਆ, ਸੋਹਣਾ ਤੁਹਾਡਾ ਚਿੱਟਾ ਦਾੜਾ, ਕੁਛ ਬੋਲਣ ਲੱਗਿਆਂ ਤਾਂ ਸ਼ਰਮ ਕਰੋ। ਮਤਲਬ ਇਹ ਨਹੀਂ ਵੀ ਆਪਾਂ ਮੰਗਣ ਚੜ੍ਹੇ ਹਾਂ ਅਤੇ ਤੁਸੀਂ ਇਹਨੂੰ ਮੇਰਾ ਹੀ ਮੁੰਡਾ ਬਣਾ ਦਿਓ। ਇਹ ਤਾਂ ਮੇਰੇ ਹਾਣ ਦਾ ਹੈ, ਭਾਵੇਂ ਮੈਂ ਇਹਦੇ ਤੋਂ ਛੋਟਾ ਹੀ ਹੋਵਾਂ, ਜੇ ਬਹੁਤਾ ਹੀ ਫਰਕ ਨਹੀਂ, 1 ਸਾਲ 2 ਸਾਲ ਦਾ ਹੋਏਗਾ, ਤਾਂ ਮੈਂ ਤਾਂ ਆਪ ਤੁਹਾਡੇ ਬੱਚਿਆਂ ਵਰਗਾ, ਤੁਸੀਂ ਆਪ ਦੇ ਬੱਚੇ ਨੂੰ ਮੇਰਾ ਬੱਚਾ ਬਣਾ ਰਹੇ ਹੋ। ਕਾਹਦੇ ਵਾਸਤੇ? 2 ਵੋਟਾਂ ਵਾਸਤੇ। ਮੈਂ ਮਗਰ ਖੜਾ ਸੀਗਾ, ਮੈਂ ਕਿਹਾ ਵੀ ਗੱਲ ਤਾਂ ਸਹੀ ਹੈ। ਆਪਾਂ ਉੱਥੋਂ ਹੀ ਮੋਢੇ 'ਤੇ ਪਰਨਾ ਸੁੱਟਿਆ ਅਤੇ ਸਾਈਕਲ 'ਤੇ ਚੜ੍ਹੇ। ਅੰਮ੍ਰਿਤਸਰ ਪੁਤਲੀ ਘਰ ਦੀ ਗੱਲ ਹੈ।
ਅਤੇ 15-16 ਕਿਲੋਮੀਟਰ ਸਾਡਾ ਪਿੰਡ ਹੈ ਵਰਪਾਲ। ਮੈਂ ਨਹੀਂ ਪਿੱਛਾ ਭੌਂ ਕੇ ਵੇਖਿਆ। ਉਹ ਤਰਲੇ ਮਾਰਦੇ ਆਵਾਜ਼ਾਂ ਮਾਰਦੇ ਰਹੇ ਵੀ ਆ ਜਾਓ ਆ ਜਾਓ। ਮੈਂ ਕਿਹਾ ਨਹੀਂ, ਬਸ ਅੱਜ ਤੋਂ ਬਾਅਦ ਆਪਾਂ ਨਹੀਂ ਚੱਲਣਾ ਰਾਜਨੀਤਿਕ ਬੰਦਿਆਂ ਦੇ ਨਾਲ। ਤੋ ਮਹਾਰਾਜ ਵੇਖੋ ਸਿੱਧੀ ਜੀ ਬਾਤ ਕਹਿ ਰਹੇ ਨੇ, ਕੋਈ ਵੜ ਵੜਿੰਗ ਨਹੀਂ ਹੈ। ਜ਼ਰੂਰੀ ਨਹੀਂ ਵੀ ਜਿਹੜਾ ਬੰਦਾ ਰੋਟੀ ਮੰਗਦਾ ਜਾਂ ਚੌਂਕ 'ਚ ਖੜ੍ਹ ਕੇ ਪੈਸੇ ਮੰਗ ਰਿਹਾ ਉਹੀ ਮੰਗਤਾ, ਵੋਟਾਂ ਮੰਗਣ ਵਾਲੇ ਵੀ ਮੰਗਤੇ ਨੇ। ਮਹਾਰਾਜ ਫਰਮਾਉਂਦੇ ਨੇ, ਲੋਕ ਤਿਕਾਰ ਕਹੈ ਮੰਗਤ ਜਾਨ। ਆ ਵੇਖੋ ਦਿੱਲੀ ਦੇ ਮੁੱਢ ਵਿੱਚ ਲਾਹਣਤਾਂ ਹੀ ਪੈ ਰਹੀਆਂ ਨੇ। ਸਾਰੀ ਦੁਨੀਆ ਲਾਹਣਤਾਂ ਪਾ ਰਹੀ ਹੈ ਵੀ ਜਦ ਤੁਸੀਂ ਵੋਟਾਂ ਲੈਣੀਆਂ ਉਦੋਂ ਮੂੰਹ ਹੋਰ ਸੀਗਾ, ਅਤੇ ਹੁਣ ਬੰਦਾ ਗੱਲ ਵੀ ਨਹੀਂ ਸੁਣਨ ਜੋਗਾ। ਇੰਨਾ ਟਾਈਮ ਹੀ ਨਹੀਂ ਹੈ ਵੀ ਬਾਹਰ ਨਿਕਲ ਕੇ ਗੱਲ ਸੁਣ ਲਈਏ। ਇਉਂ ਜਿਹੜੇ ਮੰਗਤੇ ਨੇ ਦੁਨੀਆ ਵਿੱਚ, ਰਾਜਨੀਤਿਕ ਮੰਗਤੇ ਨੇ, ਦੁਨੀਆ ਦੇ ਲੋਕ ਉਹਨਾਂ ਨੂੰ ਫਿੱਟੇ ਮੂੰਹ ਲਾਹਣਤਾਂ ਤ੍ਰਿਗਾਕਾਰੀ ਆਖਦੇ ਨੇ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜ੍ਹਾਇਆ, ਤ੍ਰਿਗ ਸਰੀਰ ਸਹਿਤ ਕੁਟੰਬ ਸਿਉ, ਅਤੇ ਜਿੱਤ ਹੁਣ ਖਸਮ ਨਾ ਪਾਇਆ। ਕੇਵਲ ਆਪਦੇ ਪੇਟ ਪੂਰਤੀ ਵਾਸਤੇ ਸੋਚਣਾ, ਦੂਜਿਆਂ ਨੂੰ ਹੈਲਪ ਤਾਂ ਕੀ ਦੇਣੀ, ਦੁਖੀ ਕਰ ਮਾਰਨਾ, ਇਹ ਕੋਈ ਚੰਗੀ ਬਾਤ ਥੋੜ੍ਹੋ ਆ। ਤੋ ਇਸ ਲਈ ਜਿਹੜਾ ਬੰਦਾ, ਮੈਂ ਕੱਲ੍ਹ ਵੀ ਬੇਨਤੀ ਕਰ ਰਿਹਾ ਸੀ ਵੀ ਭੁੱਖ ਲੱਗੀ ਹੈ ਅਤੇ ਮੰਗ ਕੇ ਰੋਟੀ ਖਾ ਰਿਹਾ, ਉਹਦਾ ਕੋਈ ਲਾਮਾ ਨਹੀਂ। ਉਹਨੂੰ ਤਾਂ ਭੁੱਖ ਲੱਗੀ ਵਿਚਾਰੇ ਨੂੰ। ਜਿਹਨੂੰ ਪਿਆਸ ਲੱਗੀ ਹੈ ਮੰਗ ਕੇ ਪਾਣੀ ਪੀ ਰਿਹਾ, ਉਹਦਾ ਕੋਈ ਉਲਾਮਾ ਨਹੀਂ ਹੈ, ਕਿਉਂਕਿ ਉਹਨੂੰ ਤਾਂ ਪਿਆਸ ਲੱਗੀ ਹੋਈ ਹੈ। ਜਿਹਦੇ ਕੋਲ ਸਭ ਕੁਛ ਹੀ ਹੈ, ਮਤਲਬ ਰੁਪਈਆ ਨਾਲ ਪੇਟ ਨਹੀਂ ਭਰਿਆ ਅਤੇ ਡਾਲਰ ਕਮਾ ਲਏ, ਡਾਲਰਾਂ ਨਾਲ ਢਿੱਡ ਨਹੀਂ ਭਰਿਆ ਅਤੇ ਪਾਉਂਡ ਕਮਾ ਲਏ, ਫਿਰ ਵੀ ਪੇਟ ਨਹੀਂ ਭਰਿਆ ਅਤੇ ਸਵਿਟਜ਼ਰਲੈਂਡ ਦੀਆਂ ਬੈਂਕਾਂ 'ਚ ਜਾ ਕੇ ਖਾਤੇ ਖੋਲ੍ਹ ਲਏ। ਇਹੋ ਜਿਹੇ ਮੰਗਤੇ ਨੇ। ਮਤਲਬ ਵੱਡੇ ਵੱਡੇ ਜਿਹੜੇ ਮੰਗਤੇ ਹਨ ਆਮ ਲੋਕਾਂ ਨੂੰ ਦਿਖਾਈ ਨਹੀਂ ਦਿੰਦੇ। ਆਪਾਂ ਛੋਟਿਆਂ ਨੂੰ ਕਹਿੰਦੇ ਹਾਂ ਭਾਈ ਇਹ ਕੰਮ ਚੰਗਾ ਨਹੀਂ, ਪਰ ਕੰਮ ਸਾਰਿਆਂ ਵਾਸਤੇ ਨਹੀਂ ਚੰਗਾ, ਭਾਵੇਂ ਵੱਡਾ ਅਤੇ ਭਾਵੇਂ ਛੋਟਾ। ਆਮ ਬੰਦਾ ਤਾਂ 2 ਬੱਚਿਆਂ ਲਈ ਮੰਗਦਾ, ਆਪਦੇ ਪੇਟ ਵਾਸਤੇ ਮੰਗਦਾ, ਅਤੇ ਪਰ ਉਹ ਸਾਰਾ ਦਾ ਸਾਰਾ ਹੀ ਦੇਸ਼ ਵੇਚ ਕੇ ਖਾ ਜਾਣ ਤਾਂ ਵੀ ਉਹਨਾਂ ਦਾ ਢਿੱਡ ਨਹੀਂ ਭਰਦਾ। ਤੋ ਇਹੋ ਜਿਹੇ ਜਿਹੜੇ ਮੰਗਤੇ ਨੇ ਦੁਨੀਆ ਦੇ ਲੋਕ। ਜ਼ਿੰਦਗੀ 4 ਦਿਨਾਂ ਦੀ ਹੈ, ਪਰ ਇਹ ਇਤਿਹਾਸ ਪੇਪਰਾਂ ਦੇ ਵਿੱਚ ਅੰਕਿਤ ਹੋ ਜਾਣਾ ਅਤੇ ਰਹਿੰਦੀ ਦੁਨੀਆ ਤੱਕ ਲੋਕਾਂ ਨੇ ਲਾਹਣਤਾਂ ਪਾਉਂਦੇ ਰਹਿਣਾ ਕਿ ਫਲਾਣੇ ਨੇ ਸਾਡੇ ਨਾਲ ਮਾੜਾ ਕੀਤਾ। ਤੋ ਇਸ ਲਈ ਜਿਹੜੇ ਮੰਗਤੇ ਨੇ ਦੁਨੀਆ ਉਹਨਾਂ ਨੂੰ ਲਾਹਣਤਾਂ ਪਾਉਂਦੀ ਹੈ। ਮਾਗਤ ਮਾਨ ਨਾ ਪਾਇਆ, ਉਹਨਾਂ ਨੇ ਮੰਗਤਿਆਂ ਇੱਜ਼ਤ ਸਤਿਕਾਰ ਨਹੀਂ ਪਾਉਣਾ ਕੀਤਾ ਹੈ। ਸਾਡਾ ਧਿਆਨ ਬਾਹਰੀ ਚਲਾ ਗਿਆ, ਪਰ ਇਹ ਗੁਰਬਾਣੀ ਅੰਤਰੀ ਵਟੁਕਦੀ ਹੈ। ਆਓ ਅੰਤਰੀ ਵਰਤ ਸਰਵਣ ਕਰੋ। ਲੋਕ ਤਿਕਾਰ ਕਹੈ ਮੰਗਤ ਜਾਨ। ਇਸੇ ਪ੍ਰਕਾਰ ਜਗਿਆਸੂ ਜਨ ਭਜਨ ਕਰਦੇ ਹੋਏ ਦੁਨੀਆ ਦੇ ਪਦਾਰਥਾਂ ਦੀ ਇੱਛਾ ਕਰਕੇ ਕਈ ਵਾਰ ਪਦਾਰਥ ਮੰਗਣ ਲੱਗ ਜਾਂਦੇ ਨੇ, ਜਾਂ ਜਿਹੜੇ ਦੇਵੀ ਦੇਵਤਿਆਂ ਆਦਿਕ ਦੀ ਉਪਾਸਨਾ ਕਰਕੇ ਉਹਨਾਂ ਕੋਲੋਂ ਪਦਾਰਥ ਆਦਿਕ ਮੰਗਦੇ ਹਨ। ਉਹਨਾਂ ਨੂੰ ਮਹਾਤਮਾ ਲੋਕ ਤਿਰਕਾਰ ਯੋਗ ਕਹਿੰਦੇ ਹਨ ਕਿ ਰਾਜੇ ਦੇ ਘਰੋਂ ਤੂੜੀ ਦੀ ਪੰਡ ਮੰਗਣ ਦਾ ਕੀ ਫਾਇਦਾ ਦੱਸੋ। ਤੂੜੀ ਤਾਂ ਉਵੇਂ ਬਥੇਰੀ ਰੁਲਦੀ ਫਿਰਦੀ ਹੈ। ਜੇ ਰਾਜੇ ਦੇ ਘਰ ਆਏ ਵੀ ਹੋ ਅਤੇ ਮੰਗ ਵੀ ਤੂੜੀ ਰਹੇ ਹੋ, ਦੱਸੋ ਕੌਣ ਸਿਆਣਾ ਆਖੂਗਾ। ਰਾਜੇ ਦੇ ਘਰੋਂ ਕੋਈ ਹੀਰਾ ਮੰਗੋ, ਕੋਈ ਮੋਤੀ ਮੰਗੋ, ਕੋਈ ਸੋਨਾ ਮੰਗੋ, ਕੋਈ ਚਾਂਦੀ ਮੰਗੋ। ਤੁਹਾਡੇ ਨਾਲ ਤਾਂ ਬੁਰੜੀ ਮਾਈ ਹੋਈ ਚੰਗੀ ਸੀ ਜਿਹਨੇ ਮਹਾਰਾਜਾ ਰਣਜੀਤ ਸਿੰਘ ਦੇ ਪੈਰ ਦੇ ਨਾਲ ਆਪਣਾ ਇੱਕ ਕਾਲਾ ਤਵਾ ਘਸਾਇਆ। ਕਹਿੰਦਾ ਮਾਤਾ, ਇਹ ਮਾਤਾ ਤੂੰ ਮੇਰੇ ਪੈਰ ਨੂੰ ਕਾਲ ਖਿਲਾ ਦਿੱਤੀ। ਕਹਿੰਦੀ ਵੀਰਾ ਤੂੰ ਰਣਜੀਤ ਸਿੰਘ ਹੀ ਆ ਨਾ। ਕਹਿੰਦਾ ਹਾਂ ਮਾਤਾ ਮੈਂ ਰਣਜੀਤ ਸਿੰਘ ਹਾਂ। ਦੱਸ ਤੇਰੀ ਕੀ ਭਾਵਨਾ, ਤੂੰ ਮੈਨੂੰ ਕਾਲ ਕਿਉਂ ਲਾ ਰਹੀ ਹੈ। ਸੇਵਕ ਨੂੰ ਹਟਾਉਣ ਲੱਗੇ, ਚੱਲ ਹਟ ਮਾਤਾ, ਇਹ ਮਹਾਰਾਜਾ ਰਣਜੀਤ ਸਿੰਘ ਸਾਹਿਬ ਹੈ। ਕਹਿੰਦੀ ਵੀਰਾ ਮੈਨੂੰ ਪਤਾ, ਅਤੇ ਫਿਰ ਤੂੰ ਕਾਲਖ ਕਿਉਂ ਲਾ ਰਹੀ ਹੈ। ਆਪਦੀ ਰੋਟੀ ਪਕਾਉਣ ਵਾਲਾ ਤਵਾ ਉਹਦੇ ਕੋਲ ਕੁਛ ਵੀ ਨਹੀਂ ਸੀ, ਵਿਚਾਰੀ ਕੋਲ ਰੋਟੀ ਪਕਾਉਣ ਵਾਲਾ ਤਵਾ ਹੀ ਸੀਗਾ,
ਤੇ ਲਿਆ ਕੇ ਮਹਾਰਾਜ ਦੇ ਪੈਰ ਨੂੰ ਘਸਾਉਣ ਲੱਗ ਪਈ। ਕਹਿੰਦੀ ਮੈਂ ਸੁਣਿਆ ਹੈ ਕਿ ਰਣਜੀਤ ਸਿੰਘ ਪਾਰਸ ਹੈ। ਪਾਰਸ ਇਜ਼ ਏ ਵੰਡਰਫੁਲ ਸਟੋਨ। ਇੱਕ ਹੈ ਤਾਂ ਪੱਥਰ, ਪਰ 8 ਤਾਤਾਂ ਨੂੰ ਆਪਣੇ ਨਾਲ ਛੁਆ ਕੇ ਸੋਹਣਾ ਕਰਨ ਦੀ ਸਮਰੱਥਾ ਰੱਖਦਾ। ਮੇਰਾ ਲੋਹੇ ਦਾ ਤਵਾ ਹੈ, ਮੈਂ ਗਰੀਬਣੀ ਹਾਂ। ਮੈਂ ਸੋਚਿਆ ਵੀ ਮੈਂ ਪਾਰਸ ਦੇ ਨਾਲ ਆਪਦਾ ਲੋਹੇ ਦਾ ਤਵਾ ਘਸਾ ਕੇ ਇਹਨੂੰ ਸੋਨੇ ਦਾ ਬਣਾ ਲਵਾਂ ਤਾਂ ਮੇਰਾ ਗੁਜ਼ਾਰਾ ਸੌਖਾ ਚੱਲ ਜਾਊ, ਮੈਂ ਵੀ ਅਮੀਰ ਹੋ ਜਾਊਂ। ਮਹਾਰਾਜਾ ਸ਼ਸ਼ਕਰ ਉੱਠਿਆ, ਆਖਿਆ ਮਾਤਾ ਧੰਨ ਹੈ ਤੂੰ, ਤੇਰੀ ਵੇਖ ਕਿੰਨੀ ਸ਼ਰਧਾ। ਇੱਕ ਇਨਸਾਨ ਦੇ ਸ਼ਹਿਨਸ਼ਾਹ ਪਿਤਾ ਪਾਰਸ ਦਾ ਮੇਰਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਜਿਹਦੀ ਕਿਰਪਾ ਦੇ ਨਾਲ ਮੈਨੂੰ ਇਹ ਸਭ ਕੁਛ ਪ੍ਰਾਪਤ ਹੋਇਆ। ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਇਆ ਰਾਮ, ਜੋਤੀ ਜੋਤ ਰਲਾਏ ਕਾਇਆ ਗੜ ਸੋਹਿਆ ਰਾਮ। ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦੀ ਮੈਂ ਬਾਤ ਸੁਣਾ ਰਿਹਾ। ਉਹ ਮਾਤਾ ਦੇ ਉੱਪਰ ਮਹਾਰਾਜਾ ਇੰਨੇ ਤਰੁੱਠੇ, ਆਖਿਆ ਲਿਆ ਮਾਤਾ ਕਿਹਨੂੰ ਸੋਨਾ ਬਣਾਉਣਾ? ਕਹਿੰਦੀ ਆ ਵੀਰਾ ਮੇਰਾ ਤਵਾ ਹੈ। ਮਹਾਰਾਜਾ ਕਹਿਣ ਲੱਗਾ ਇਹਨੂੰ ਤੋਲੋ ਅਤੇ ਇਹਦੇ ਬਰਾਬਰ ਦਾ ਤੋਲ ਕੇ ਮੇਰੇ ਖਜ਼ਾਨੇ 'ਚੋਂ ਸੋਨਾ ਦੇ ਦਿਓ, ਹੋਰ ਜੋ ਮਾਤਾ ਨੂੰ ਚਾਹੀਦਾ ਇਹਨੂੰ ਦੇ ਦਿਓ। ਇਹੋ ਜਿਹਾ ਸੀ ਮਹਾਰਾਜਾ ਰਣਜੀਤ ਸਿੰਘ ਸਾਹਿਬ। ਜਿੰਨੇ ਵੀ ਗੁਰਦੁਆਰਾ ਸਾਹਿਬ, ਹਜੂਰ ਸਾਹਿਬ, ਹਰਿਮੰਦਰ ਸਾਹਿਬ, ਕਰਤਾਰਪੁਰ ਸਾਹਿਬ, ਨਨਕਾਣਾ ਸਾਹਿਬ, ਸਭਨਾਂ ਨੂੰ ਜ਼ਮੀਨਾਂ ਨਾ ਲਾ ਦਿੱਤੀਆਂ ਕਿ ਗ੍ਰੰਥੀ ਸਿੰਘ ਨੂੰ ਮੰਗ ਕੇ ਕੜਾ ਪ੍ਰਸ਼ਾਦ ਨਾ ਬਣਾਉਣਾ ਪਏ। ਸੰਗਰਾਂਦ ਵਾਲੇ ਦਿਨ ਆਪਾਂ 5-5, 10-10 ਰੁਪਈਏ ਲੈ ਕੇ ਅਤੇ ਫਿਰ ਘਿਓ ਆਦਿਕ ਰਸਤ ਲੈਂਦੇ ਹਾਂ ਕਿ ਗੁਰਦੁਆਰੇ ਦੀ ਸੇਵਾ ਸਹੀ ਤਰੀਕੇ ਨਾਲ ਹੋਵੇ। ਅਤੇ ਸੋਨਾ ਲਵਾਇਆ, ਇੱਥੋਂ ਤੱਕ ਮੰਦਰ ਅਤੇ ਮਸੀਤਾਂ ਦੀ ਸੇਵਾ ਵੀ ਕਰਵਾਈ। ਤੋ ਐਸਾ ਉਹਨਾਂ ਦਾ ਰਾਜ ਸੀਗਾ। ਉਸ ਮਾਤਾ ਨੂੰ ਮਹਾਰਾਜੇ ਨੇ ਨਿਹਾਲ ਕਰ ਦਿੱਤਾ। ਜਦ ਕਾਲ ਪੈ ਗਿਆ, ਇੱਕ ਮੋਚੀ ਦੀ ਸਾਖੀ ਬੜੀ ਪ੍ਰਸਿੱਧ ਹੈ ਕਿ ਉਹ ਵਿਚਾਰਾ ਰੋਣ ਲੱਗ ਪਿਆ ਅਤੇ ਮਹਾਰਾਜਾ ਪੁੱਛਣ ਲੱਗੇ ਵੀ ਬਾਬਾ ਜੀ ਰੋਂਦੇ ਕਿਉਂ? ਕਹਿੰਦੇ ਤੇਰੇ ਵਰਗਾ ਮੇਰਾ ਜਵਾਨ ਮੁੰਡਾ ਸੀਗਾ, ਜੇ ਉਹ ਅੱਜ ਜਿਉਂਦਾ ਹੁੰਦਾ ਅਤੇ ਮੇਰੀ ਬੋਰੀ ਚੁੱਕ ਕੇ ਉਹ ਘਰ ਲੈ ਜਾਂਦਾ, ਲਾਲਚ ਖਾਤਰ ਕਿ 4 ਦਿਨ ਸੌਖੇ ਲੰਘਣਗੇ। ਬੋਰੀ ਅਨਾਜ ਦੀ ਜ਼ਿਆਦੀ ਮੈਂ ਭਰ ਲਈ ਹੈ, ਚੁੱਕੀ ਮੈਥੋਂ ਜਾਂਦੀ ਨਹੀਂ, ਕਿਉਂਕਿ ਡੰਗੋਰੀ ਨਾਲ ਤਾਂ ਮੈਂ ਹੀ ਮਸਾਫ ਤੁਰਦਾ। ਕਹਿੰਦਾ ਲੈ ਬਾਬਾ ਇਹ ਵੀ ਕੋਈ ਗੱਲ ਹੈ? ਉਹਦੇ ਅਥਰੂ ਪੁੰਜ, ਤੂੰ ਰੋਂਦਾ ਕਿਉਂ ਆ? ਮੈਂ ਵੀ ਤਾਂ ਤੇਰਾ ਮੁੰਡਾ ਹੀ ਆ। ਲੈ ਦੱਸ ਕਿੱਥੇ ਸੁੱਟ ਕੇ ਆਉਣੀ ਹੈ? ਮਟਾਸਾ ਜਿਹਾ ਕਰਕੇ ਅਤੇ ਬੁੱਕਲ ਜਿਹੀ ਮਾਰੀ ਬੋਰੀ ਚੁੱਕ ਕੇ ਉਹ ਮੋਚੀ ਦੇ ਘਰ। ਉਹਨੂੰ ਸ਼ੱਕ ਪੈ ਗਿਆ ਵੀ ਇੰਨਾ ਚੰਗਾ ਇਨਸਾਨ ਇਹ ਆਮ ਤਾਂ ਕੋਈ ਹੋ ਨਹੀਂ ਸਕਦਾ। ਥੋੜ੍ਹੀ ਜਿਹੀ ਉਹਨੂੰ ਝਲਕ ਪਈ ਚਮਕੀਲੀ ਚੀਜ਼ ਦੀ ਵੀ ਇਹਨੇ ਪੋਸ਼ਾਕ ਸੋਹਣੀ ਪਾਈ ਜਾਪਦੀ ਹੈ। ਜਦ ਬੁੱਕਲ ਲਾਈ, ਆਖਿਆ ਵੀ ਕੌਣ ਹੈ ਤੂੰ? ਅਤੇ ਮਹਾਰਾਜੇ ਨੇ ਮਟਾਸਾ ਲਾ ਕੇ ਕਲਗੀ ਦਿਖਾਈ। ਕਹਿੰਦੇ ਮੈਂ ਰਣਜੀਤ ਸਿੰਘ ਹਾਂ। ਉਹ ਵਿਚਾਰਾ ਮਾਫੀਆ ਮੰਗੀ ਜਾਏ ਵੀ ਮੇਰੇ ਕੋਲ ਕੋਈ ਬੇਅਦਬੀ ਹੋਈ ਤਾਂ ਮੈਨੂੰ ਮਾਫ ਕਰ ਦੇ, ਮੈਨੂੰ ਪਤਾ ਨਹੀਂ ਸੀ। ਕਹਿੰਦੇ ਲੈ ਬਾਬਾ ਇਹ ਵੀ ਕੋਈ ਵੱਡੀ ਬਾਤ ਹੈ, ਮੈਂ ਸੇਵਾਦਾਰੀ ਤਾਂ ਹਾਂ ਤੁਹਾਡਾ। ਤਾਂ ਇਹੋ ਜਿਹਾ ਰਾਜ ਸੀਗਾ ਖਾਲਸੇ ਦਾ, ਜਿਹਦੇ ਵਿੱਚ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਇੰਨੀ ਕਿਰਪਾ, ਕੋਈ ਭੁੱਖਾ ਨਹੀਂ ਸੀ ਸੌਂਦਾ। ਤਾਂ ਇਸ ਲਈ ਜਿਹੜੇ ਵਾਹਿਗੁਰੂ ਨੂੰ ਛੱਡ ਕੇ ਅਤੇ ਵੇਖੋ ਆਮ ਮਨੁੱਖਾਂ ਦੀ ਟੇਕ ਲੈਂਦੇ ਹਨ ਜਾਂ ਕਿਸੇ ਦੇਵੀ ਦੇਵਤੇ ਦੇ ਪਾਸੋਂ ਮੰਗਦੇ ਨੇ, ਉਹਨਾਂ ਦਾ ਸੁਭਾਅ ਮਹਾਰਾਜ ਕਹਿੰਦੇ ਚੰਗਾ ਨਹੀਂ। ਮਹਾਤਮਾ ਲੋਕ ਉਹਨਾਂ ਨੂੰ ਧਰਕਾਰ ਜੋ ਕਹਿੰਦੇ ਹਨ। ਸਹਿ ਕੀਆ ਗੱਲਾਂ ਦਰ ਕੀਆ ਬਾਤਾਂ, ਮੰਗਤ ਮੰਗ ਨਾ ਮੰਗਤ ਮਾਨ ਨਾ ਪਾਇਆ। ਸੋ ਮਹਾਤਮਾ ਲੋਕ ਧਰਕਾਰ ਜੋ ਕਹਿੰਦੇ ਨੇ ਕਿ ਤੂੰ ਪਦਾਰਥ ਨੂੰ ਮੰਗਦੇ ਆ, ਮੰਨਣ ਗਿਆਨ ਨੂੰ ਕਿਉਂ ਨਹੀਂ ਪਾਉਣਾ ਕੀਤਾ? ਦੇਵੀ ਦੇਵਤਿਆਂ ਨੂੰ ਪ੍ਰਭੂ ਦੇ ਮੰਗਤਿਆਂ ਕੋਲੋਂ ਮੰਗਣ ਕਰਕੇ ਪ੍ਰਭੂ ਦੇ ਦਰਬਾਰ ਵਿੱਚ ਸਤਿਕਾਰ ਨਹੀਂ ਪਾਉਣਾ ਕਰੇਂਗਾ। ਮੈਂ ਬੇਨਤੀ ਕਰ ਰਿਹਾ ਸੀ ਵੀ ਰਾਜੇ ਦੇ ਘਰੋਂ ਸੋਨਾ ਜਾਂ ਚਾਂਦੀ ਆਦਿਕ ਦੀ ਮੰਗ ਮੰਗੇ ਅਤੇ ਤਾਂ ਹੀ ਕੋਈ ਚੰਗਾ ਸਮਝੇ। ਇੱਕ ਉਦਾਹਰਣ ਦਿੱਤੀ ਸੀ ਮਹਾਰਾਜੇ ਦੇ। ਤੋ ਇਸੇ ਤਰ੍ਹਾਂ ਇਹ ਸ਼ਹਿਨਸ਼ਾਹ ਪਿਤਾ ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ। ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਸਾਡਾ ਗੁਰੂ ਮਹਾਰਾਜ
ਇਹਦੇ ਦਰਬਾਰ ਦੇ ਵਿੱਚੋਂ ਜਗਿਆਸੂ ਜੇ ਆਮ ਦੁਨਿਆਵੀ ਪਦਾਰਥ ਹੀ ਮੰਗਦਾ ਰਹੇ ਤਾਂ ਸ਼ੋਭਾ ਨਹੀਂ ਪਾਉਂਦਾ। ਸੋ ਇਸ ਲਈ ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਹੋ ਦਿਆਲ ਨਾਮ ਦੇ ਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ ਦੇ ਬਚਨਾਂ ਮੁਤਾਬਕ ਨਾਮ ਤੇ ਮੰਨਣ ਗਿਆਨ ਦੇ ਨਾਲ ਹੀ ਸ਼ੋਭਾ ਹੁੰਦੀ ਹੈ। ਸਹਿ ਕੀਆ ਗੱਲਾ ਦਰ ਕੀਆ ਬਾਤਾਂ। ਇਹ ਭਾਈ ਜੋ ਪਤੀ ਪ੍ਰਭੂ ਦੀ ਪ੍ਰਾਪਤੀ ਦੀਆਂ ਗੱਲਾਂ ਤੇ ਉਹਦੀ ਦਰਗਾਹ ਵਿੱਚ ਪਹੁੰਚਣ ਦੀਆਂ ਬਾਤਾਂ ਹਨ। ਐ ਤਾ ਕਹਿਣ ਕਹਾਇਆ। ਤੂੰ ਤਾਂ ਉਹਨਾਂ ਵੱਲੋਂ ਉਲੰਭਾ ਹੀ ਖਟਿਆ ਹੈ। ਪਾਪ ਪਰਲੋਕ ਵੱਲੋਂ ਤੈਨੂੰ ਉਲੰਭਾ ਹੀ ਮਿਲੇਗਾ ਕਿ ਤੂੰ ਆਪਣਾ ਮਨੁੱਖਾ ਅਮੋਲਕ ਜਨਮ ਵਿਅਰਥੀ ਹੀ ਕਿਉਂ ਗਵਾ ਲਿਆ। 100 ਉਲਾਮੇ ਦਿਨੇ ਕਿ ਰਾਤੀ ਮਿਲਨ ਸਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਫਿਟ ਅਵੇਹਾ ਜੀਵਿਆ ਜਿਦ ਖਾਈ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ। ਇਸੇ ਪ੍ਰਕਾਰ ਸਹਿ ਕੀਆ ਗੱਲਾ ਦਰ ਕੀਆ ਬਾਤਾਂ। ਸੋ ਕਰਨੀਆਂ ਸੀ ਪ੍ਰਭੂ ਪ੍ਰਾਪਤੀ ਦੀਆਂ ਗੱਲਾਂ ਤੇ ਸਤ ਸੰਗਤ ਦੀ ਪ੍ਰਾਪਤੀ ਦੀਆਂ ਬਾਤਾਂ। ਉਹਨੂੰ ਤਾਂ ਐਵੇਂ ਹੀ ਸਮਝੀ ਰੱਖਿਆ ਵੀ ਇਹ ਬਾਬੇ ਤਾਂ ਗੱਪਾਂ ਹੀ ਮਾਰਦੇ, ਇਹਨਾਂ ਦਾ ਕੰਮ ਹੀ ਹੈ ਨਾਮ ਜਪੋ ਨਾਮ ਜਪੋ, ਮਰ ਜਾਣਾ ਮਰ ਜਾਣਾ। ਤੋ ਇਸ ਤਰ੍ਹਾਂ ਮਖੌਲ ਸਮਝ ਲਿਆ। ਤੈ ਤਾ ਕਹਿਣ ਕਹਾਇਆ। ਤੇ ਤੂੰ ਕਹਿਣ ਮਾਤਰ ਹੀ ਆਪਣੇ ਆਪ ਨੂੰ ਸੰਤ ਮਹਾਤਮਾ ਧਾਰਮਿਕ ਲਿਬਾਸ ਪਾ ਕੇ ਅਖਵਾ ਲਿਆ। ਅਸਲ ਦੇ ਵਿੱਚ ਉਪਦੇਸ਼ ਨੂੰ ਗੁਣ ਨੂੰ ਗ੍ਰਹਿਣ ਨਹੀਂ ਕੀਤਾ। ਇਉਂ ਸੋ ਇਹ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਕੱਲ੍ਹ ਉਪਦੇਸ਼ ਦੀ ਬਖਸ਼ਿਸ਼ ਕੀਤੀ ਸੀਗੀ ਕਿ ਜੋਗੀ ਹੋਵਾ ਜਗ ਪਵਾ, ਕਰ ਕਰ ਭਿਖਿਆ ਲਿਓ, ਦਰਗਾਹ ਲੇਖਾ ਮੰਗੀ ਹੈ ਕਿਸ ਕਿਸ ਉੱਤਰ ਦਿਓ। ਕਿ ਜੇ ਜੋਗੀ ਬਣ ਕੇ, ਗੁਰਸਿੱਖ ਬਣ ਕੇ, ਸੰਤ ਬਣ ਕੇ, ਮਹਾਤਮਾ ਬਣ ਕੇ, ਧਾਰਮਿਕ ਲਿਬਾਸ ਇਹ ਮਖੌਟਾ ਪਾ ਕੇ ਧਰਮ ਦੀ ਠੇਕੇਦਾਰੀ ਵੀ ਕਰਦਾ ਰਿਹਾ, ਦੁਨੀਆ ਦੇ ਪਾਸੋਂ ਮੰਗਦਾ ਹੀ ਰਿਹਾ, ਪਰਚੀਆਂ ਹੀ ਕੱਟਦਾ ਰਿਹਾ, ਘਰੋਂ ਘਰ ਹੀ ਤੁਰਿਆ ਫਿਰਦਾ ਰਿਹਾ, ਮੰਗਣ ਦੇ ਵਿੱਚ ਹੀ ਜ਼ਿੰਦਗੀ ਗੁਜ਼ਾਰ ਦਿੱਤੀ, ਨਾਮ ਜਪਿਆ ਨਹੀਂ, ਬਾਣੀ ਪੜ੍ਹੀ ਨਹੀਂ, ਸੇਵਾ ਕੀਤੀ ਨਹੀਂ, ਤਾਂ ਫਿਰ ਕੋਈ ਲਾਭ ਨਹੀਂ। ਜਿਵੇਂ ਮਸੰਦਾਂ ਨੂੰ ਮਰਨੇ ਤੇਲ ਦੇ ਕੜਾਹੀ 'ਚ ਸਾੜਿਆ ਸੀਗਾ, ਇਹ ਹੁਣ ਦੁਨੀਆ ਲਾਹਣ ਹੀ ਪਾਊਗੀ ਕਿ ਖੱਟਿਆ ਤਾਂ ਕੁਛ ਵੀ ਨਹੀਂ। ਧਰਮ ਰਾਜਾ ਵੀ ਪੁੱਛੂਗਾ ਕਿਆ ਤੈਂ ਖੱਟਿਆ, ਕਹਾਂ ਗਵਾਇਆ, ਚਲੋ ਸਿਤਾਬ ਦੀ ਬਾਣ ਬੁਲਾਇਆ, ਸਭ ਕੁਝ ਇੱਥੇ ਰਹਿ ਜਾਣਾ। ਅਤੇ ਇਸ ਲਈ ਨਾਮ ਗਿਆਨ ਦੀ ਦਾਤ ਮੰਗਦਿਆਂ ਹੋਇਆਂ ਸਹਿ ਦੀਆਂ ਗੱਲਾਂ ਸੰਗਤ ਦੇ ਵਿੱਚ ਪ੍ਰਭੂ ਦੀਆਂ ਬਾਤਾਂ ਕਰਦਿਆਂ ਸੋ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਕਥਾ ਕੀਰਤਨ ਕਰਦਿਆਂ ਹੋਇਆਂ ਹੀ ਇਹ ਨਾਮ ਦੇ ਕਹਿਣ ਨੂੰ ਤੋ ਕਥਨ ਕਰਦਿਆਂ ਹੋਇਆਂ ਹੀ ਮਹਾਰਾਜ ਦੇ ਦਰਬਾਰ ਦੇ ਵਿੱਚ ਸ਼ੋਭਾ ਪ੍ਰਾਪਤ ਕਰੀ ਦੀ ਹੈ।